सेवा देश दी जिंदड़ी है बड़ी बड़ी औखी औखी गल्लां करनियां ढेर सुखलियां ने। जिन्हां देश सेवा विच पैर पाया उन्हां लाख मुसीबतां चलियां ने, उन्हां लाख मुसीबतां चलियां ने। अलमाइटी श्री गुरु गोबिंद सिंह जी, ठीक है कि नहीं? उन्हां दी कोर्ट सर्वोपरि है जी, सब कोर्ट तो ऊपर है। ते मैनूं उस कोर्ट दे उत्ते पूरा भरोसा है ते मैं ये भी कहंदा हां कि उठो इंसाफ जरूर मिलना है, जरूर मिलना है, जरूर मिलना है। जी लेकिन मैं एक गारंटी दे नाल कह सकदा हां, बहुत ही दावे दे नाल कह सकदा हां कि इस केस की री इन्वेस्टिगेशन कोई कर ही नहीं सकता है, ये संभव नहीं है। सरदार नवजोत सिंह सिद्धू जो मंत्री होंगे सी, मिनिस्टर होंगे सीगे, जी नंबर 2 ते सीगे, जी ऑल पावरफुल होंगे सीगे, उदों भी तो मैं उन्हां कोलों सपोर्ट मंगी सी कि मेरे ते काफी तशद्दद हो रहा है, तुसीं सरकार दे विच नंबर 2 ते हो, तुसीं मेरी सपोर्ट करो, मैं दूध का दूध पानी का पानी मैं करना है। तो मेरे तो तशद्दद हो रहे हैं, खास करके जो चोण कमीशन का जुरिसडिक्शन, भारतीय चोण कमीशन का जुरिसडिक्शन अट्रैक्ट किया गया, मेरे तो काफी तशद्दद किया गया कि कोई भी व्यक्ति या कोई भी टीम उस तरह की परेशानी झेल सकती है। बहुत सारे तशद्दद होए साडे ते, रुकावटां पाईयां गईयां साडे मतलब इस इन्वेस्टिगेशन नूं कि असीं पूरा ना कर सकीए। हर तरीके दे नाल निजी तौर पे बहुत सारा मैनू गाल कढ़ी गई, सब कुछ किया गया। जिन्हां ने पंजाब दे विच नशे का 6वां दरिया बहाया, जिन्हां ने पंजाब की नौजवानी बर्बाद की, जो नशे का थोक व्यापार करते हैं पंजाब दे विच, इस तरह के बंदे मां पैण दीयां गल्लां कढ़ के बोलते रहे ने। ਅਸੀਂ ਵਾਅਦਾ ਕੀਤਾ ਸੀ ਕੱਲ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਆ ਗਏ ਆ ਮੇਰੇ ਨਾਲ ਲਾਈਨ ਦੇ ਉੱਤੇ, ਗੱਲਬਾਤ ਸ਼ੁਰੂ ਕਰਨ ਲੱਗੇ ਆ। ਤੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਇਹ ਇਸ਼ੂ ਬਣਿਆ ਹੋਇਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਰਹਿਨੁਮਾਈ ਦੇ ਵਿੱਚ ਜਿਹੜੀ SIT ਬਣਾਈ ਗਈ ਸੀ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਜਿਹਨੇ ਬੜੀ ਮਿਹਨਤ ਦੇ ਨਾਲ ਲਗਭਗ 2.5-3 ਸਾਲ ਲਗਾ ਕੇ ਸਾਰੀਆਂ ਫਾਈਂਡਿੰਗਸ ਜਿਹੜੀਆਂ ਲਈਆਂ ਕਿ ਕੀ ਕੁਝ ਹੋਇਆ ਸੀ ਉੱਥੇ ਕੋਟਕਪੂਰਾ ਜਾਂ ਬਹਿਬਲ ਕਲਾਂ ਦੇ ਵਿੱਚ ਜਦੋਂ ਇਹ ਫਾਇਰਿੰਗ ਹੋਈ ਸੀ। 2 ਨੌਜਵਾਨਾਂ ਦੀ ਤੁਹਾਨੂੰ ਪਤਾ ਮੌਤ ਹੋਈ ਸੀ ਉਸ ਵੇਲੇ, ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਔਰ ਉਸ ਤੋਂ ਬਾਅਦ ਇਮੀਡੀਏਟਲੀ ਮਿਸਟਰ ਸਹੋਤਾ ਦੀ ਅਗਵਾਈ ਦੇ ਵਿੱਚ ਇੱਕ ਉੱਥੇ SIT ਭੇਜੀ ਗਈ, ਜਿਸ ਦੀਆਂ ਫਾਈਂਡਿੰਗਸ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਇੰਬੈਰਸਮੈਂਟ ਹੋਈ ਸੀ ਉਸ ਵੇਲੇ ਸਰਕਾਰ ਨੂੰ। ਤਾਂ ਨਵੀਂ ਸਰਕਾਰ ਬਣੀ, ਕੈਪਟਨ ਸਾਹਿਬ ਦੀ ਵਾਅਦਾ ਕੀਤਾ ਗਿਆ ਸੀ ਕਿ ਸਭ ਕੁਝ ਸਾਫ਼ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਔਰ SIT ਦਾ ਨਿਰਮਾਣ ਕੀਤਾ ਗਿਆ। ਇਸ SIT ਨੇ ਲਗਾਤਾਰ ਕੰਮ ਕੀਤਾ ਔਰ ਬਹੁਤ ਸਾਰੇ ਵਿਟਨੈਸਿਸ ਅੱਗੇ ਆਏ, ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਹੁਣ ਜਦੋਂ ਕਿ ਸਾਰਾ ਕੰਮ ਮੁਕੰਮਲ ਹੋ ਗਿਆ ਸੀ, ਅਚਾਨਕ ਇੱਕ SHO ਦੇ ਕਹਿਣ ਦੇ ਉੱਤੇ, ਪਟੀਸ਼ਨ ਪਾਉਣ ਦੇ ਉੱਤੇ ਹਾਈ ਕੋਰਟ ਦੇ ਵਿੱਚ ਕਿ ਜੀ ਇਹ ਧੱਕਾ ਹੋਇਆ ਹੈ, ਇਹ ਸਹੀ ਰਿਪੋਰਟ ਨਹੀਂ ਹੈ, ਇਹ ਇਨਵੈਸਟੀਗੇਸ਼ਨ ਸਹੀ ਨਹੀਂ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਹਾਈ ਕੋਰਟ ਨੇ ਸਾਰੀ ਦੀ ਸਾਰੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਨੂੰ ਹੀ ਕੁਐਸ਼ ਕਰ ਦਿੱਤਾ ਹੈ। ਇੱਥੇ ਬਸ ਨਹੀਂ, ਇਹ ਵੀ ਕਹਿ ਦਿੱਤਾ ਹੈ ਕਿ ਅਗਲੀ ਇਨਕੁਆਇਰੀ ਜਿਹੜੀ ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਸ਼ਾਮਿਲ ਨਹੀਂ ਹੋਣਗੇ। ਉਸ ਤੋਂ ਬਾਅਦ ਜੋ ਘਟਨਾਵਾਂ ਘਟੀਆਂ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣੀ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ। ਇਹਨਾਂ ਦੀ ਕੱਲ ਪਰਸੋਂ ਇੱਕ ਪੋਸਟ ਆਈ ਹੈ, ਤੁਸੀਂ ਸਾਰਿਆਂ ਨੇ ਪੜ੍ਹੀ ਹੋਏਗੀ, ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਸੇਵਾ ਦੇਸ਼ ਦੀ ਕਰਨੀ ਬੜੀ ਔਖੀ। ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਖਾਤਰ ਜਾਨ ਦਿੱਤੀ ਹੈ, ਉਹਨਾਂ ਨੇ ਲੱਖਾਂ ਹੀ ਕੁਰਬਾਨੀਆਂ ਦਿੱਤੀਆਂ, ਲੱਖਾਂ ਹੀ ਮੁਸੀਬਤਾਂ ਝੱਲੀਆਂ ਨੇ। ਔਰ ਇਹਨਾਂ ਨੇ ਕੋਈ ਬਹੁਤੀ ਗੱਲ ਸਾਫ਼ ਨਹੀਂ ਕੀਤੀ ਉਹਦੇ ਵਿੱਚ, ਪਰ ਇਹ ਗੱਲ ਕਹੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਸੈਕਰੀਫਾਈਸ ਲਈ ਤਿਆਰ ਹੈ। ਪੁਲਿਸ ਦਾ ਅਫਸਰ ਹੋਣਾ ਔਰ ਖਾਸ ਤੌਰ ਤੇ IPS ਅਫਸਰ ਹੋਣਾ, IG ਰੈਂਕ ਤੇ ਪਹੁੰਚਣਾ, ਔਰ ਜਦੋਂ ਕਿ ਤੁਹਾਡੇ ਅੱਗੇ ਬੜਾ ਸ਼ਾਨਦਾਰ ਕੈਰੀਅਰ ਅੱਗੇ ਜੇ ਹੋਰ ਹੋਵੇ, ਅਸਤੀਫਾ ਦੇ ਦੇਣਾ, ਇਹ ਆਪਣੇ ਆਪ 'ਚ ਕੋਈ ਛੋਟੀ ਘਟਨਾ ਨਹੀਂ ਹੈ। ਔਰ ਫਿਰ ਉਸ ਘਟਨਾ ਨਾਲ ਜੁੜੀ ਹੋਈ ਗੱਲ, ਇਹ ਕੋਈ ਇੰਡੀਵਿਜੂਅਲ ਘਟਨਾ ਨਹੀਂ, ਜਿਹਦੇ ਸਾਰੀ ਸਿੱਖ ਕੌਮ ਪੂਰੇ ਵਿਸ਼ਵ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਅੱਖਾਂ ਲਗਾ ਕੇ ਬੈਠੀ ਹੋਈ ਸੀ ਕਿ ਪਤਾ ਲੱਗੇ ਕਿ ਕੌਣ ਹਨ ਦੋਸ਼ੀ। ਹੁਣ ਕੀ ਹੋਇਆ ਹੈ ਕਿ ਜਦੋਂ ਰਿਪੋਰਟ ਦੇ ਦਿੱਤੀ ਗਈ ਹੈ, ਇਸ ਨੂੰ ਕੁਐਸ਼ ਕਰ ਦਿੱਤਾ ਗਿਆ। ਆਓ, ਤੁਹਾਡੇ ਨਾਲ ਵਾਅਦਾ ਸੀ ਸਾਡਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਗੱਲਬਾਤ ਕਰਵਾਵਾਂਗੇ, ਉਹਨਾਂ ਦੀ ਜ਼ੁਬਾਨੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਦੀ ਇਹ ਐਕਸਕਲੂਸਿਵ ਮੀਡੀਆ ਦੇ ਵਿੱਚ ਇਹ ਗੱਲਬਾਤ ਹੈ ਜਿਹੜੀ ਇਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਸਾਡੇ ਨਾਲ ਅੱਜ ਕਰਨੀ ਹੈ। ਤਾਂ ਮੇਰੇ ਨਾਲ ਲਾਈਨ ਤੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਔਰ ਤੁਹਾਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਥੈਂਕ ਯੂ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਥੋੜੀ ਜਿਹੀ ਜਾਣਕਾਰੀ ਦਿਓ, ਕਿਉਂਕਿ ਐਡਾ ਵੱਡਾ ਜਿਹੜਾ ਤੁਸੀਂ ਫੈਸਲਾ ਲਿਆ ਔਰ ਜੋ ਤੁਸੀਂ ਕੰਮ ਕਰ ਰਹੇ ਸੀ ਇੰਨੇ ਦੇਰ ਤੋਂ, ਪਤਾ ਲੱਗ ਹੀ ਰਿਹਾ ਸੀ ਕਿ ਤੁਸੀਂ ਬੜੇ ਪ੍ਰੈਸ਼ਰ ਚੋਂ ਗੁਜ਼ਰ ਰਹੇ ਹੋ।
तो मेरा मानना यह है कि कोई भी व्यक्ति अचानक यह जिहा वड्डा फैसला नहीं लै सकदा। ਉਹਦੇ ਪਿੱਛੇ ਉਹਦੀ ਮਾਂ-ਬਾਪ ਦੀ ਜਿਹੜੀ ਸਿੱਖਿਆ ਹੈ, ਜਿਸ ਵਾਤਾਵਰਣ 'ਚ ਉਹਦਾ ਜਨਮ ਹੋਇਆ, ਪਲਿਆ, ਵੱਡਿਆ ਹੋਇਆ, ਜਿਹੜੀ ਉਹਦੀ ਸੋਚ, ਜਿਹੜੇ ਪ੍ਰਿੰਸੀਪਲਸ, ਬਹੁਤ ਕੁਝ ਹੁੰਦਾ ਹੈ ਜਿਹੜਾ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ। ਉਹਨਾਂ ਨੂੰ ਅਚਾਨਕ ਪਤਾ ਲੱਗਦਾ ਇੱਕ ਦਿਨ ਕਿ ਉਸ ਬੰਦੇ ਨੇ ਇੰਨਾ ਵੱਡਾ ਕੋਈ ਫੈਸਲਾ ਲੈ ਲਿਆ, ਐਡਾ ਵੱਡਾ ਕੰਮ ਕਰ ਦਿੱਤਾ। ਤਾਂ ਥੋੜਾ ਜਿਹਾ ਜਾਣਨਾ ਚਾਹਾਂਗੇ ਤੁਹਾਡੇ ਜਨਮ ਬਾਰੇ, ਤੁਹਾਡੀ ਪਿਛੋਕੜ ਬਾਰੇ। देखो, मेरे जन्म के बारे, मेरे पिछोकड़ के बारे जेकर मैं गल करांगा वो चंगा नहीं होगा। एक तुसी आप गल करनी है इस संबंध दे विच। तुहानू सारा कुछ पता है, सारे पंजाबियों नू पता है। मैं 98 बैच पंजाब कैडर दा अफसर हाँ। मैं अपनी MA दी सिक्ख्या पटना यूनिवर्सिटी तो की। उस तो बाद मैं IPS दे विच आ गया, पंजाब कैडर मैनू अलॉट हो गया। ਤੁਹਾਨੂੰ ਇਸ ਜਾਣ ਕੇ ਚੰਗਾ ਲੱਗेगा कि मैं PhD ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੀ, ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਨੌਕਰੀ ਦੇ ਵਿੱਚ ਰਹਿੰਦੇ ਹੋਏ। ਜਦੋਂ ਮੈਂ ਉੱਥੇ ਡਿਸਟ੍ਰਿਕਟ ਪੁਲਿਸ ਚੀਫ ਸੀਗਾ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਮੈਂ LLB ਕੀਤੀ ਹੋਈ ਹੈ। ਇੱਕ ਚੀਜ਼ ਮੈਂ ਜੋ ਤੁਸੀਂ ਮੇਰੇ ਪੋਸਟ ਦੇ ਬਾਰੇ ਤੁਸੀਂ ਗੱਲ ਕੀਤੀ, ਉਹ ਚੀਜ਼ ਇੱਕ ਵਾਰ ਮੈਂ ਦੱਸਣਾ ਚਾਹੁੰਦਾ ਹਾਂ। ਜੋ ਕਰਤਾਰ ਸਿੰਘ ਸਰਾਭਾ ਜੀ ਹੁੰਦੇ ਸੀ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਬਹੁਤ ਬੜੇ ਮਤਲਬ ਕ੍ਰਾਂਤੀਕਾਰੀ ਸੀਗੇ ਆਪਣੇ ਮਤਲਬ ਇੰਡੀਆ ਦੇ। ਜੀ, ਪੜ੍ਹਾਈ ਵਾਸਤੇ ਗਏ ਸੀਗੇ ਅਮਰੀਕਾ, ਦੂਜੇ ਕੰਮ ਦੇ ਵਿੱਚ ਲੱਗ ਗਏ। ਦੇਖੋ, ਦੇਸ਼ ਦੀ ਆਜ਼ਾਦੀ ਦੇ ਵੱਲ। ਤੇ ਉਹ ਸਭ ਤੋਂ ਕਮ ਉਮਰ ਦੇ ਜੋ ਕ੍ਰਾਂਤੀਕਾਰੀ ਸੀਗੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ ਹੈ। ਉਹਨਾਂ ਦੀ ਜੇਬ ਦੇ ਵਿੱਚ ਹੁੰਦਾ ਸੀ, ਉਹਨਾਂ ਦੇ ਜੇਬ ਦੇ ਵਿੱਚ ਹੁੰਦਾ ਸੀ, ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚਲੀਆਂ ਨੇ, ਉਹਨਾਂ ਲੱਖ ਮੁਸੀਬਤਾਂ ਚਲੀਆਂ ਨੇ। ਭਗਤ ਸਿੰਘ ਦੇ ਗੁਰੂ ਵੀ ਸੀ ਉਹ, ਭਗਤ ਸਿੰਘ ਹੋਰਾਂ ਦੇ ਵੀ ਗੁਰੂ ਸੀ। ਹਾਂਜੀ। ਤੇ ਉਹਨਾਂ ਦੇ ਹੀ ਮਤਲਬ ਜੋ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਇਸ ਕਰਕੇ ਮਤਲਬ ਮੈਂ ਇਹ ਵਾਲੀ ਜਿਹੜੀ ਪੰਕਤੀ ਹੈ ਉਹਨਾਂ ਦੀ ਹੈ, ਕੋਈ ਮੇਰੀ ਨਹੀਂ ਹੈ ਜੀ। ਹਰੇਕ ਕ੍ਰਾਂਤੀਕਾਰੀ ਜਾਂ ਕ੍ਰਾਂਤੀਕਾਰੀ ਸੋਚ ਕੋਈ ਵੀ ਰੱਖਦਾ ਹੈ ਤਾਂ ਉਹ ਪ੍ਰੇਰਣਾ ਲੈਂਦਾ ਹੈ ਜੀ। ਤੁਸੀਂ ਦੇਖੋਗੇ ਬਹੁਤ ਥੋੜੀ ਛੋਟੀ ਉਮਰ ਦੇ ਵਿੱਚ ਉਹ ਫਾਂਸੀ ਦੇ ਫੰਦੇ ਤੇ ਚੜ੍ਹਦੇ ਸੀਗੇ ਖੁਸ਼ੀ। ਦੂਸਰੀ ਗੱਲ ਤੁਸੀਂ ਇਹ ਕੀਤੀ ਕਿ ਨਵੀਂ ਟੀਮ ਬਣਾਉਣ ਦਾ ਆਰਡਰ ਹੋ ਗਿਆ ਹੈ ਜੀ। मैं किसी भी अदालत के फैसले के उत्ते कोई टिप्पणी नहीं करांगा जी। करना अलाउ भी नहीं होंदा है। जो साडा इंडिया का कानून होंदा है, उस कानून के तहत अदालती फैसले के उत्ते कोई टिप्पणी नहीं की जाती है। उसका अपील किया जा सकता है जी। तो मैं टिप्पणी तो नहीं करांगा, लेकिन मैं एक गारंटी दे नाल कह सकता हूँ, बहुत ही दावे दे नाल कह सकता हूँ कि इस केस की री इन्वेस्टिगेशन कोई कर ही नहीं सकता है। ये संभव नहीं है जी, बिल्कुल ही संभव नहीं है, कोई कर ही नहीं सकता है। क्योंकि जिस तरीके दे नाल असीं ਇਹ ਤਫਤੀਸ਼ ਸ਼ੁਰੂ ਕੀਤੀ ਹੈ, ਇਨਵੈਸਟੀਗੇਸ਼ਨ ਸਟਾਰਟ ਕੀਤਾ ਤੇ ਇਸ ਨੂੰ ਅੰਜਾਮ ਤੱਕ ਪਹੁੰਚਾਇਆ, ਮੈਨੂੰ ਨਹੀਂ ਲੱਗ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਟੀਮ ਉਸ ਤਰ੍ਹਾਂ ਦੀ ਪਰੇਸ਼ਾਨੀ ਝੇਲ ਸਕਦੀ ਹੈ। ਬਹੁਤ ਸਾਰੇ ਤਸੱਦਦ ਹੋਏ ਸਾਡੇ ਤੇ, ਰੁਕਾਵਟਾਂ ਪਾਈਆਂ ਗਈਆਂ ਸਾਡੇ मतलब इस इन्वेस्टिगेशन ਨੂੰ ਕਿ ਅਸੀਂ ਪੂਰਾ ਨਾ ਕਰ ਸਕੀਏ। ਹਰ ਤਰੀਕੇ ਦੇ ਨਾਲ ਨਿੱਜੀ ਤੌਰ ਤੇ ਬਹੁਤ ਸਾਰਾ ਮੈਨੂੰ ਗਾਲ ਕੱਢੀ ਗਈ, ਸਭ ਕੁਝ ਕੀਤਾ ਗਿਆ ਓਪਨਲੀ, ਸਾਰਾ ਕੁਝ ਮੀਡੀਆ ਦੇ ਵਿੱਚ ਹੈ, ਇੱਥੇ ਤੁਸੀਂ ਦੇਖ ਸਕਦੇ ਹੋ। ਤਰ੍ਹਾਂ ਦੀਆਂ ਤੁਸੀਂ ਦੇਖੋਗੇ ਬੈਰੀਅਰਸ ਕ੍ਰੀਏਟ ਕੀਤੇ ਗਏ, ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ। ਮੈਂ ਇਹ ਵੀ ਦਾਅਵੇ ਦੇ ਨਾਲ ਕਹਿ ਸਕਦਾ ਹਾਂ, ਮੇਰੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਉਹ ਇਹ ਝੇਲ ਨਹੀਂ ਸਕਦਾ ਸੀ। ਜਾਂ ਤਾਂ ਉਹ ਹਸਪੀਟਲ ਦੇ ਵਿੱਚ ਬਿਮਾਰ ਪੈ ਜਾਂਦਾ, ਐਡਮਿਟ ਹੋ ਜਾਂਦਾ, ਜਾਂ ਉਹ ਫਿਰ ਕੁਝ ਹੋਰ ਹੀ ਕਰ ਲੈਂਦਾ। ਮੈਂ ਇਹ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਇਹ ਸਾਰਾ ਕੁਝ ਅਸੀਂ ਬਰਦਾਸ਼ਤ ਕੀਤਾ ਜੀ। ਬਰਦਾਸ਼ਤ ਕਰਦੇ ਹੋਏ ਕਿਉਂਕਿ ਸਾਡੇ ਸਾਹਮਣੇ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਇਨਵੈਸਟੀਗੇਸ਼ਨ ਸੀਗਾ। ਮੈਨੂੰ ਇਹ ਪਤਾ ਨਹੀਂ ਹੈ ਕਿ ਮੈਨੂੰ ਕਿਸ ਤਰੀਕੇ ਦੇ ਨਾਲ ਇਸ ਟੀਮ ਦੇ ਵਿੱਚ ਰੱਖ ਦਿੱਤਾ ਗਿਆ, ਲੇਕਿਨ ਜਦੋਂ ਮੈਂ ਇਸ ਟੀਮ ਦੇ ਵਿੱਚ ਆ ਗਿਆ, ਤੁਸੀਂ ਦੇਖੋਗੇ ਸਟਾਰਟ ਜਦੋਂ ਹੋਇਆ ਸੀ, ਲੋਕੀ ਇਹ ਚਾਹੁੰਦੇ ਸੀ ਕਿ 2-3 ਸਿਪਾਹੀ ਜਿਨ੍ਹਾਂ ਨੇ ਗੋਲੀ ਚਲਾਈ ਸੀ ਕੋਟਕਪੂਰਾ ਦੇ ਵਿੱਚ ਜਾਂ ਬਾਬਲ ਕਲਾਂ ਦੇ ਵਿੱਚ, ਉਹਨਾਂ ਸਿਪਾਹੀਆਂ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਵੇ, ਚਲਾਨ ਕਰਕੇ ਕੇਸ ਨੂੰ ਪਾਸੇ ਕੀਤਾ ਜਾਵੇ। ਲੇਕਿਨ ਸਭ ਤੋਂ ਇੰਪੋਰਟੈਂਟ ਹੈ, ਦੇਖੋ ਇਹ ਆਰਡਰ ਕਿਸਨੇ ਦਿੱਤਾ।
ਗੋਲੀ ਚਲਵਾਈ ਕਿਸਨੇ? ਜਾਲਿਆਂਵਾਲਾ ਬਾਗ ਦੇ ਵਿੱਚ ਜੋ ਹੋਇਆ ਸੀ, ਅਸੀਂ ਕਿਹਨੂੰ ਜਾਣਦੇ ਹਾਂ? ਕੀ ਅਸੀਂ ਸਿਪਾਹੀਆਂ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਗੋਲੀ ਚਲਾਈ ਸੀ? ਸਿਪਾਹੀਆਂ ਦਾ ਨਾਮ ਨਹੀਂ ਆਉਂਦਾ, ਤੁਸੀਂ ਨਹੀਂ। ਦੱਸੋ ਜੀ ਐਡਵਾਇਰ ਨੇ ਸਿਪਾਹੀਆਂ ਦਾ ਚਲਾਈ? ਨਾਮ ਆਉਂਦਾ ਹੈ ਇਹਦੇ ਵਿੱਚ? ਨਹੀਂ, ਜਨਰਲ ਡਾਇਰ ਨੇ ਚਲਾਈ, ਜਨਰਲ ਡਾਇਰ ਨੇ ਜੀ ਚਲਵਾਈ ਸੀ, ਮਤਲਬ ਉਹਨੇ ਆਪ ਵੀ ਚਲਾਈ ਸੀ। ਲੇਕਿਨ ਜ਼ਿਆਦਾਤਰ ਤਾਂ ਦੇਖੋਗੇ ਤੇ ਉਹ ਸਿਪਾਹੀ ਆਰਮੀ ਦੇ ਵਿੱਚ ਉਹ ਸਿਪਾਹੀ ਰੈਂਕ ਦੇ ਹੀ ਸੀਗੇ ਨਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਜੀ। ਲੇਕਿਨ ਉਹਨਾਂ ਦਾ ਨਾਂ ਤਾਂ ਨਹੀਂ ਆਉਂਦਾ ਹੈ ਨਾ, ਜਨਰਲ ਡਾਇਰ ਦਾ ਆਉਂਦਾ ਹੈ। ਇੱਕ ਮਾਈਕਲ ਓਡਾਇਰ ਹੁੰਦਾ ਸੀ ਜੋ ਉਦੋਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਹੁੰਦਾ ਸੀ, ਜਿਸ ਦਾ ਹੈੱਡਕੁਆਟਰ ਲਾਹੌਰ ਦੇ ਵਿੱਚ ਹੁੰਦਾ ਸੀ ਜੀ। ਮਤਲਬ ਉਹ ਗਵਰਨਰ ਦੀ ਕੈਪੈਸਿਟੀ ਦੇ ਵਿੱਚ ਸੀਗਾ। ਕਈ ਲੋਕੀ ਕੀ ਕਰਦੇ ਨੇ ਕਿ ਮੈਂ ਵੈਸੇ ਆਪਣੇ ਮਤਲਬ ਇਹ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਜੋ ਮਾਈਕਲ ਓਡਾਇਰ ਸੀਗਾ ਉਹ ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ, ਲਾਹੌਰ ਦੇ ਵਿੱਚ ਹੁੰਦਾ ਸੀ, ਤੇ ਜਿਸਨੇ ਗੋਲੀ ਚਲਵਾਈ ਸੀ ਉਹ ਜਨਰਲ ਡਾਇਰ ਸੀਗਾ। ਤੇ ਮੈਂ ਕਿਹਾ ਕਿ ਨਹੀਂ, ਉਹ ਜਨਰਲ ਡਾਇਰ ਦਾ ਪਤਾ ਕਰਨਾ ਹੈ ਤੇ ਮਾਈਕਲ ਓਡਾਇਰ ਦਾ ਵੀ ਪਤਾ ਕਰਨਾ ਹੈ, ਠੀਕ ਹੈ ਕਿ ਨਹੀਂ ਜੀ। ਅਸੀਂ ਮਾਈਕਲ ਓਡਾਇਰ ਦਾ ਵੀ ਪਤਾ ਕੀਤਾ, ਜਨਰਲ ਡਾਇਰ ਦਾ ਵੀ ਪਤਾ ਕੀਤਾ, ਉਹਨਾਂ ਦੇ ਖਿਲਾਫ ਸਬੂਤ ਵੀ ਆਇਆ। ਇੱਥੋਂ ਕਹਾਣੀ ਬਦਲ ਗਈ, ਇੱਥੋਂ ਕਹਾਣੀ ਬਿਲਕੁਲ ਬਦਲ ਗਈ, ਤਸਵੀਰ ਬਿਲਕੁਲ ਬਦਲ ਗਈ ਜੀ। ਕਿਉਂਕਿ ਇਹ ਸੋਸਾਇਟੀ ਦੇ ਮੈਂਬਰ ਜਿਹੜੇ ਸੀਗੇ, ਮੈਂ ਓਪਨਲੀ ਕਹਾਂਗਾ, ਉਹ ਕੀ ਚਾਹੁੰਦੇ ਸੀ ਕਿ ਬਸ 2-4 ਸਿਪਾਹੀ ਹੌਲਦਾਰ ਫੜ ਕੇ ਅੰਦਰ ਕਰ ਦੋ, ਜਿਸ ਤਰ੍ਹਾਂ ਆਮ ਤੌਰ ਤੇ ਪੁਲਿਸ ਕਰਦੀ ਹੈ ਜੀ। ਇੰਡੀਆ ਦੇ ਵਿੱਚ ਜੋ ਹੁੰਦਾ ਹੈ, ਪੰਜਾਬ ਪੁਲਿਸ ਦੇ ਵਿੱਚ ਹੁੰਦਾ ਹੈ, ਕੋਈ ਵੀ ਕੁਝ ਹੋ ਗਿਆ ਤਾਂ 2-4 ਮਤਲਬ ਥਰਲੇ ਲੈਵਲ ਦੇ ਸਿਪਾਹੀਆਂ ਹੌਲਦਾਰਾਂ ਥਾਣੇਦਾਰਾਂ ਨੂੰ ਫੜ ਕੇ ਅੰਦਰ ਕਰ ਦੋ, ਫਿਰ ਰਫਾ ਦਫਾ ਕਰ ਦੋ, ਕੰਮ ਖਤਮ ਹੋ ਗਿਆ। ਮੈਂ ਉਹ ਨਹੀਂ ਕੀਤਾ ਜੀ। ਮੈਂ ਜਨਰਲ ਡਾਇਰ ਤੇ ਮਾਈਕਲ ਓਡਾਇਰ ਦੀ ਉੱਥੇ ਖੋਜ ਕੀਤੀ, ਉਹਨਾਂ ਦੇ ਖਿਲਾਫ ਸਬੂਤ ਸਫੀਸ਼ੀਐਂਟ ਸਬੂਤ ਸੀਗੇ, ਸਫੀਸ਼ੀਐਂਟ ਮਿਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਮੈਂ ਸਾਰਾ ਕੁਝ ਫਾਈਲ ਤੇ ਲਿਆ ਹੈ ਜੋ ਆਪਣੇ ਆਪ ਦੇ ਵਿੱਚ ਸੈਲਫ ਸਪੀਕਿੰਗ ਹੈ। ਤਾਂ ਹੀ ਮੈਂ ਆਪਣੀ ਪੋਸਟ ਦੇ ਵਿੱਚ ਕਿਹਾ ਸੀ ਕਿ ਇਸ ਚਾਰਜਸ਼ੀਟ ਦਾ, ਇਸ ਰਿਪੋਰਟ ਦਾ ਜੋ ਇੱਕ ਸੈਂਟੈਂਸ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਐਵੀਡੈਂਸ ਹੈ। ਮੈਂ ਇਸ ਤਰੀਕੇ ਦੇ ਨਾਲ ਮੈਂ ਆਪਣੀ ਪੋਸਟ ਦੇ ਵਿੱਚ ਹੀ ਕਿਹਾ ਤੇ ਉਸ ਦਾ ਸਾਹਮਣਾ ਕੋਈ ਕਰ ਹੀ ਨਹੀਂ ਸਕਦਾ। ਕੋਈ ਵੀ ਗਿਲਟੀ ਮਾਈਂਡ ਉਸ ਐਵੀਡੈਂਸ ਦੇ, ਉਸ ਟਰੂਥ ਦੇ ਮਿਰਰ ਦਾ ਸਾਹਮਣਾ ਨਹੀਂ ਕਰ ਸਕਦਾ ਹੈ, ਉਸ ਦੇ ਸਾਹਮਣੇ ਆ ਹੀ ਨਹੀਂ ਸਕਦਾ ਹੈ। ਮੈਨੂੰ ਦੁੱਖ ਸਿਰਫ ਇਸ ਚੀਜ਼ ਦਾ ਹੈ ਕਿ ਮੰਨ ਲਓ ਮੇਰੀ ਸ਼ਕਲ ਕਿਸੇ ਨੂੰ ਪਸੰਦ ਨਹੀਂ ਹੈ, ਕੋਈ ਮੈਨੂੰ ਪਸੰਦ ਨਹੀਂ ਕਰਦਾ ਹੈ, ਲੇਕਿਨ ਜੋ ਤੱਥ ਮੇਰੇ ਵੱਲੋਂ ਲਿਖ ਦਿੱਤਾ ਗਿਆ ਜਾਂ ਮੇਰੀ ਟੀਮ ਵੱਲੋਂ ਜੋ ਲਿਖ ਦਿੱਤਾ ਗਿਆ, ਉਸ ਤੱਥ ਦੇ ਉੱਤੇ ਕਿਸੇ ਨੇ ਵੀ ਬਹਿਸ ਕਰਨਾ ਹੈ, ਆਰਗੂਮੈਂਟ ਕਰਨਾ ਹੈ, ਮੈਂ ਜੀ 24 ਆਵਰ 7 ਡੇਜ਼ ਮੈਂ ਤਿਆਰ ਬੈਠਾ ਹੋਗਾ। ਮੈਨੂੰ ਦੁੱਖ ਹੈ ਕਿ ਬਿਨਾਂ ਉਸ ਤੱਥ ਤੇ ਨਜ਼ਰ ਕੀਤੇ ਬਗੈਰ, ਉਸ ਦੇ ਉੱਤੇ ਆਰਗੂਮੈਂਟ ਕੀਤੇ ਬਗੈਰ, ਮੇਰੀ ਸ਼ਕਲ ਨਹੀਂ ਪਸੰਦ ਹੈ, ਨਹੀਂ ਠੀਕ ਹੈ ਜੀ, ਲੇਕਿਨ ਤੁਸੀਂ ਉਸ ਤੱਥ ਨੂੰ ਨਕਾਰ ਦਿੱਤਾ, ਬਗੈਰ ਮੈਰਿਟ ਦੇ ਵਿੱਚ ਗਏ। ਪੈਰਵਾਈ ਵੀ ਸਹੀ ਨਹੀਂ ਹੋਈ, ਇਹ ਵੀ ਸਾਰਿਆਂ ਨੂੰ ਪਤਾ ਹੈ, ਮੈਨੂੰ ਬੋਲਣ ਦੀ ਲੋੜ ਨਹੀਂ ਹੈ। ਪੈਰਵਾਈ ਸਹੀ ਨਹੀਂ ਹੋਈ ਤੇ ਜਿਸ ਤਰੀਕੇ ਦੇ ਨਾਲ ਹੋਇਆ, ਮੈਨੂੰ ਇਹੀ ਲੱਗਿਆ, ਮਹਿਸੂਸ ਹੋਇਆ ਕਿ ਜਸਟਿਸ ਨੂੰ ਕਿਲ ਕਰ ਦਿੱਤਾ ਗਿਆ, ਇਨਸਾਫ ਨੂੰ ਦਾ ਮਰਡਰ ਹੋ ਗਿਆ। ਮੈਨੂੰ ਮੇਰੀ ਆਪਣੀ ਕ੍ਰੈਡੀਬਿਲਿਟੀ ਖਤਮ ਹੋ ਗਈ ਤੇ ਇਨਸਾਫ ਦਾ ਵੀ ਮਰਡਰ ਹੋ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਇਸ ਸੇਵਾ ਦੇ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਸੀ। ਮੈਂ ਤਾਂ ਹੀ ਬੇਨਤੀ ਕੀਤੀ ਕਿ ਮੈਨੂੰ ਸਮਾਂ ਤੋਂ ਪਹਿਲਾਂ ਇਸ ਨੌਕਰੀ ਤੋਂ ਮੈਨੂੰ ਰਿਲੀਜ਼ ਕਰ ਦਿੱਤਾ ਜਾਵੇ। ਮੈਂ ਇਹ ਗੱਲ ਮੈਂ ਕਹਿਣਾ ਜੀ। ਕੁੰਵਰ ਜੀ, ਤੁਸੀਂ ਸੁਣਾਓ ਜੀ। ਮੈਂ ਤੁਹਾਡੇ ਕੋਲ 2-3 ਸਵਾਲ ਹੀ ਪੁੱਛਣੇ ਹੈ, ਤੁਸੀਂ ਜਿੰਨੇ ਕੰਫਰਟੇਬਲ ਹੋ ਉਹਨਾਂ ਕੇ ਜਵਾਬ ਦੇਣਾ, ਕਿਉਂਕਿ ਤੁਹਾਡੀ ਮਰਿਆਦਾ ਹੈ। ਹਰ ਸਵਾਲ ਦਾ ਮੈਂ ਜਵਾਬ ਦੇਵਾਂਗਾ, ਹਰ ਸਵਾਲ ਦਾ ਜਵਾਬ ਦੇਵਾਂਗਾ। ਸੱਚਾਈ ਬੋਲਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ, ਠੀਕ ਹੈ ਜੀ, ਕੋਈ ਹੈਜੀਟੇਸ਼ਨ ਨਹੀਂ। ਠੀਕ ਹੈ ਜੀ। ਤੁਸੀਂ ਵੈਸੇ ਹੁਣ ਅਸਤੀਫਾ ਦੇ, ਕੋਈ ਨਿੱਜੀ ਟਿੱਪਣੀ ਨਹੀਂ ਕਰਦਾ ਹਾਂ, ਨਾ ਹੀ ਮੇਰੀ ਆਦਤ ਹੈ। ਠੀਕ ਹੈ ਜੀ। ਮੈਂ ਹਮੇਸ਼ਾ ਮਤਲਬ ਕੋਸ਼ਿਸ਼ ਇਹ ਕੀਤੀ ਹੈ ਕਿ ਇੱਕ ਕ੍ਰੈਡੀਬਿਲਿਟੀ ਨੰਬਰ 1 ਦੀ ਆਪਣੀ ਹੋਵੇ ਤੇ ਕਿਸੇ ਤਰ੍ਹਾਂ ਮੈਂ ਪਰਸਨਲ ਮਤਲਬ ਕੋਈ ਕਮੈਂਟਸ ਜਾਂ ਉਸ ਤਰ੍ਹਾਂ ਦਾ ਮਤਲਬ ਨਹੀਂ ਕਰਦਾ ਹਾਂ। ਪ੍ਰੋਫੈਸ਼ਨਲਿਜ਼ਮ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ। ਤੇ ਤੁਸੀਂ ਸਵਾਲ ਖੁੱਲ੍ਹ ਕੇ ਪੁੱਛੋ, ਮੈਂ ਖੁੱਲ੍ਹ ਕੇ ਜਵਾਬ ਦੇਵਾਂਗਾ। ਠੀਕ ਹੈ ਜੀ। ਪਹਿਲਾਂ ਤੇ ਦੱਸ ਦਈਏ ਜੀ, ਪਟਨਾ ਇਹਨਾਂ ਦਾ ਜਨਮ ਹੋਇਆ ਔਰ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਇਹਨਾਂ ਨੇ ਗੱਲ ਕੀਤੀ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਉੱਥੇ ਹੋਇਆ, ਸ਼ੋਅ ਪ੍ਰਾਪਤ ਹੈ ਉਸ ਥਾਂ ਨੂੰ ਜਿੱਥੋਂ ਇਹਨਾਂ ਦਾ ਜਨਮ ਹੋਇਆ। ਤੇ ਮਿੱਟੀ 'ਚ ਕਿਤੇ ਨਾ ਕਿਤੇ, ਇਹਨਾਂ ਦੇ ਖੂਨ 'ਚ ਨਾ ਕਿਤੇ ਉਹ ਕ੍ਰਾਂਤੀ ਹੈ ਜਿਹੜੀ ਅਜੇ ਤੱਕ ਬੁੱਝੀ ਨਹੀਂ। ਵਰਨਾ ਪੁਲਿਸ ਅਫਸਰ ਮੈਂ ਬੜੇ ਦੇਖੇ ਆ, IPS ਅਫਸਰ ਬਹੁਤ ਦੇਖੇ ਆ, ਬੜੇ ਵੱਡੇ ਜਜ਼ਬੇ ਲੈ ਕੇ ਜੌਬ ਸ਼ੁਰੂ ਤੇ ਕਰਦੇ ਆ, ਲੇਕਿਨ ਜਿਹੜਾ ਪੋਲੀਟੀਕਲ ਸਿਸਟਮ ਹੈ ਉੱਥੋਂ ਦਾ, ਉਹ ਇੰਨਾ ਕੁ ਕਰੂਅਲ ਹੈ, ਇੰਨਾ ਕੁ ਰੌਟਨ ਹੈ ਕਿ ਬੜੀ ਜਲਦੀ ਉਹ ਹਿੰਮਤ ਹਾਰ ਜਾਂਦੇ ਆ, ਸਰੈਂਡਰ ਕਰ ਜਾਂਦੇ ਆ। ਅੱਜ ਵੀ ਅਗਰ ਇਹਨਾਂ ਦੇ ਅੰਦਰੋਂ ਜਵਾਲਾ ਜਗ ਰਹੀ ਹੈ
ਉਹ ਅੱਗ ਬਲ ਰਹੀ ਹੈ ਤੇ ਡੈਫੀਨੇਟਲੀ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੋਣਗੇ। ਕੁੰਵਰ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਜਨਰਲ ਉਡਵਾਇਰ ਦੀ ਵੀ ਗੱਲ ਕੀਤੀ ਹੈ, ਲੈਫਟੀਨੈਂਟ ਜਨਰਲ ਦੀ। ਉਸ ਵੇਲੇ ਹੋਮ ਮਿਨਿਸਟਰ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ, ਔਰ ਬਾਦਲ ਸਾਹਿਬ ਉਸ ਵੇਲੇ ਮੁੱਖ ਮੰਤਰੀ ਸੀਗੇ। ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਕੀ ਉਸ ਵੇਲੇ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਜਾਂ ਉਮਰਾ ਨੰਗਲ ਉਹਨਾਂ ਦੇ ਨਾਮ ਚਾਰਜ ਸ਼ੀਟ 'ਚ ਆ ਗਏ ਹੈ, ਪਰ ਤੁਸੀਂ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਿ ਉਹਨਾਂ 'ਚ ਉਹਨਾਂ ਵੱਡੇ ਉਹ ਵੀ ਨਾਮ ਸ਼ਾਮਿਲ ਹਨ? ਤੁਸੀਂ ਡਿਸਕਲੋਜ਼ ਕਰ ਸਕਦੇ ਹੋ? ਉਹ ਰਿਪੋਰਟ ਇਸ ਵੇਲੇ ਪੰਜਾਬ ਗਵਰਨਮੈਂਟ ਦੇ ਕੋਲ ਪਈ ਹੈ, ਇਹ ਇੱਕ ਰੈਕਡ ਦੇ ਉੱਤੇ ਹੈ ਰਿਪੋਰਟ ਤੁਹਾਡੀ? नहीं देखो, मैं क्लियर करना चाहता हूँ कि जो मेरी टीम है, इन्वेस्टिगेशन टीम जिसमें SIT करते हैं, वो रिपोर्ट तो पहले अदालत में जाती है जी, जिन्होंने चलान कहा जाता है या चार्जशीट कहा जाता है, पहला वो अदालत ਦੇ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਭੇਜਦੇ ਹਾਂ, ਕਿਉਂਕਿ ਸਾਡਾ ਮੈਂਡੇਟ ਹੀ ਸੀਗਾ, ਕਿਉਂਕਿ ਅਸੀਂ ਟ੍ਰਾਇਲ ਵਾਸਤੇ ਭੇਜਦੇ। ਜੇਕਰ ਇਨਕੁਆਇਰੀ ਕੋਈ ਹੁੰਦੀ ਹੈ ਨਾ, ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਨਕੁਆਇਰੀ ਸੀਗੀ, ਠੀਕ ਹੈ, ਉਸ ਦੀ ਰਿਪੋਰਟ ਤੇ ਸਰਕਾਰ ਦੇ ਕੋਲ ਗਈ, ਉਸ ਦਾ ਅਦਾਲਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਉਹਦੇ ਵਿੱਚ ਐਵੀਡੈਂਸ ਨਹੀਂ ਹੁੰਦਾ। ਜੋ ਸਾਡਾ ਮੈਂਡੇਟ ਸੀਗਾ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਨਕੁਆਇਰੀ ਤੋਂ ਬਾਅਦ, ਉਹ ਰਿਪੋਰਟ ਆਉਣ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਸੀਗਾ। ਕ੍ਰਿਮੀਨਲ ਕੇਸ ਦਰਜ ਕਰਕੇ ਜਾਂ ਪਹਿਲਾਂ ਤੋਂ ਦਰਜ ਸੀਗਾ, ਉਸ ਦਾ ਇਨਵੈਸਟੀਗੇਸ਼ਨ ਦੇ ਨਾਲ ਸਬੂਤ ਐਵੀਡੈਂਸ, ਉਸ ਤੋਂ ਬਾਅਦ ਅਦਾਲਤ ਦੇ ਸਾਹਮਣੇ ਚਾਰਜ ਸ਼ੀਟ ਦੇ ਰੂਪ ਵਿੱਚ ਰੱਖਣਾ ਹੈ ਤਾਂ ਜੋ ਟ੍ਰਾਇਲ ਹੋਵੇ, ਟ੍ਰਾਇਲ ਵਾਸਤੇ ਰੱਖਣਾ। ਜਾहिर है जिस सरकार ने ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਸ ਦੀ ਕਾਪੀ ਸਰਕਾਰ ਨੂੰ ਵੀ ਕੀਤੀ ਹੋਈ ਹੈ, ਲੇਕਿਨ ਸਾਡਾ ਕੰਮ ਸੀਗਾ ਪਹਿਲਾਂ ਅਦਾਲਤ ਦੇ ਵਿੱਚ ਪੇਸ਼ ਕਰਨਾ। ਅਸੀਂ 9 ਚਲਾਨ ਪੇਸ਼ ਕਰ ਚੁੱਕੇ ਸੀ। ਬਾਬਲ ਕਲਾ ਕੇਸ ਦੇ ਵਿੱਚ ਜੋ ਫਾਇਰਿੰਗ ਹੋਈ ਸੀ ਜੀ, ਤੇ ਕੋਟਕਪੂਰਾ ਕੇਸ, ਦੋਵੇਂ ਮਿਲਾ ਕੇ 9 ਚਲਾਨ ਪੇਸ਼ ਕਰ। 10ਵਾਂ ਚਲਾਨ ਆਉਣਾ ਸੀ 15 ਤਰੀਕ ਨੂੰ, ਜਦੋਂ ਮੈਂ ਐਲਾਨ ਕੀਤਾ ਕਿ ਸਾਡੀ ਤਫਤੀਸ਼ ਕੰਪਲੀਟ ਹੋ ਗਈ। 10th ਜਿਹੜੀ 10ਵੀਂ ਚਾਰਜਸ਼ੀਟ ਦੇ ਅੰਦਰ ਲੀਗਲ ਸਕਰੂਟਨੀ ਹੈ, ਛੇਤੀ ਦੇ ਦਿੱਤਾ ਜਾਵੇਗਾ। ਜਾहिर है मैं ਤੁਹਾਨੂੰ ਇਹ ਕਹਿੰਦਾ ਹਾਂ ਕਿ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਾਂ ਜੀ। ਕਾਨੂੰਨ ਦੇ ਸਾਹਮਣੇ ਕੋਈ ਨਾ ਵੱਡਾ ਹੁੰਦਾ ਹੈ ਨਾ ਕੋਈ ਛੋਟਾ ਹੁੰਦਾ ਹੈ, ਲੇਕਿਨ ਆਮ ਤੌਰ ਤੇ ਜਿਹਨੂੰ ਤੁਸੀਂ ਵੱਡਾ ਕਹਿੰਦੇ ਹੋ ਉਹਨਾਂ ਦਾ ਨਾਮ ਉਹਦੇ ਵਿੱਚ ਸੀਗਾ। ਉਹਨਾਂ ਦਾ ਰੋਲ ਪਹਿਲਾਂ ਪੇਸ਼ ਕੀਤਾ ਹੋਇਆ 9 ਚਲਾਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ, ਥਾਂ ਤੇ ਉਹਨਾਂ ਦਾ ਸਾਰਾ ਰੋਲ, ਸਾਰੀ ਉਹਨਾਂ ਦੀ ਕਨਸਪੀਰੇਸੀ ਸਬੂਤ ਦੇ ਨਾਲ। ਜਦੋਂ ਟ੍ਰਾਇਲ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈ। ਕੋਈ ਆਮ ਨਾਗਰਿਕ ਵੀ ਚਾਹੇ ਤਾਂ ਅਦਾਲਤ ਕੋਲ ਉਹਦੀ ਕਾਪੀ ਲੈ ਸਕਦਾ ਹੈ, ਸਾਡੇ ਕੋਲ ਵੀ ਕਾਪੀ ਲੈ ਸਕਦਾ ਹੈ, ਇਹ ਨਾਗਰਿਕ ਦਾ ਅਧਿਕਾਰ ਹੁੰਦਾ ਹੈ, ਕਿਉਂਕਿ ਨਾ ਅਹਿਮ ਕੇਸ ਹੈ, ਇੰਪੋਰਟੈਂਟ ਕੇਸ ਹੈ, ਕੋਈ ਕੇਸ ਮੁਲਕ ਦਾ ਨਾਗਰਿਕ ਹੈ। ਇਹ ਤੁਸੀਂ ਮਤਲਬ ਇਹ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਗਲਤਫਹਿਮੀ ਹੈ ਕਿ ਇਹਦੀ ਰਿਪੋਰਟ ਗੁਪਤ ਰੂਪ ਦੇ ਵਿੱਚ ਰੱਖੀ ਹੋਈ ਹੈ। ਇਹ ਤਾਂ ਰਿਪੋਰਟ ਆਲਰੇਡੀ ਅਦਾਲਤ ਦੇ ਵਿੱਚ ਫਾਈਲ ਕੀਤੀ ਜਾ ਚੁੱਕੀ ਸੀ ਤੇ ਅਦਾਲਤ ਦੇ ਵਿੱਚ ਫਰੀਦਕੋਟ ਦੀ ਸੈਸ਼ਨ ਅਦਾਲਤ ਦੇ ਵਿੱਚ ਇਸ ਦਾ ਟ੍ਰਾਇਲ ਵੀ ਸਟਾਰਟ ਹੋ ਗਿਆ ਸੀ। ਜਦੋਂ ਟ੍ਰਾਇਲ ਸਟਾਰਟ ਹੋ ਗਿਆ ਤਾਂ ਦੋਸ਼ੀਆਂ ਨੂੰ ਇਹ ਟ੍ਰਾਇਲ ਭੁਗਤਣਾ ਹੁੰਦਾ ਹੈ, ਲੇਕਿਨ ਇਹਨਾਂ ਨੇ ਰਿਟ ਕਰਕੇ ਟ੍ਰਾਇਲ ਬਗੈਰ ਹੀ ਇਸ ਟ੍ਰਾਇਲ ਕੁਐਸ਼ ਕੀਤਾ ਗਿਆ ਹੈ। ਤੁਸੀਂ ਇਹ ਨਾ ਸਮਝੋ ਕਿ ਸਿਰਫ ਰਿਪੋर्ट ਨੂੰ ਕੁਐਸ਼ ਕੀਤਾ ਗਿਆ ਹੈ। अदालती प्रक्रिया जो कुछ भी चली थी आफ्टर इन्वेस्टिगेशन, तो वो प्रोसेस ऑफ ट्रायल भी क्वैश हो गया। ट्रायल चल रही थी, ट्रायल के बाद जेकर सबूत पूरा आ गया दोषी के खिलाफ तो उन्हें सजा मिलनी थी, जेकर सबूत नहीं है तो बरी होना थी। तो सजा करना बरी करना ये अदालत का काम होता है। तो ये प्रोसेस सैशन अदालत फरीदकोट ਦੇ ਵਿੱਚ शुरू हो गया ਸੀ। ਉਸ ਤੋਂ ਬਾਅਦ ਮਤਲਬ ਜੋ ਅਸੀਂ ਪੱਤਰਕਾਵਾਂ ਦੇ ਵਿੱਚ ਹੀ ਦੇਖਿਆ ਨਾ ਕਿ ਕਿਸ ਤਰੀਕੇ ਦੇ ਨਾਲ ਜੀ ਮਤਲਬ ਇਹ ਆਰਡਰ ਆਇਆ ਹੈ। ਤੇ ਮਤਲਬ ਇਹ ਨਹੀਂ ਹੈ ਕਿ ਮਤਲਬ ਸਾਡੀ ਰਿਪੋਰਟ ਇੱਥੇ ਤੇ ਤੁਸੀਂ ਦੇਖੋਗੇ ਬਹੁਤ ਸਾਰੇ ਲੋਕਾਂ ਦੇ ਕੋਲ ਉਸ ਦੇ ਕਾਪੀ, ਬਹੁਤ ਸਾਰੇ ਲੋਕ ਨਹੀਂ ਕਿ ਦੇਖੋ ਜੀ, ਕਿਉਂਕਿ ਹਰ ਨਾਗਰਿਕ ਮਤਲਬ ਜੋ ਇੰਟਰਸਟਿਡ ਹੈ ਉਹ ਸਾਡੇ ਦਫ਼ਤਰ ਤੋਂ ਵੀ ਲੈ ਸਕਦਾ ਹੈ, ਮਾਨਯੋਗ ਅਦਾਲਤ ਤੋਂ ਵੀ ਉਹ ਸਰਟੀਫਾਈਡ ਕਾਪੀ ਵੀ ਲੈ ਸਕਦਾ ਹੈ, ਉਸ ਦੇ ਵਿੱਚ ਕੋਈ ਹਰਜ ਨਹੀਂ ਹੈ। ਬਹੁਤ ਸਾਰੇ ਲੋਕਾਂ ਦੇ ਕੋਲ ਹੈ ਜੋ ਇੰਟਰਸਟਿਡ ਨੇ, ਉਹਨਾਂ ਨੇ ਲੈ ਕੇ ਰੱਖਿਆ ਹੋਇਆ ਹੈ, ਉਹ ਪੜ੍ਹਦੇ ਨੇ। ਜੋ ਹੁਣ ਵੀ ਮੈਂ ਤਾਂ ਇਹ ਵੀ ਐਲਾਨ ਕੀਤਾ ਸੀ 15 ਤਰੀਕ ਨੂੰ ਕਿ ਕੋਈ ਆ ਕੇ ਫਾਈਲ ਇੰਸਪੈਕਟ ਵੀ ਕਰ ਸਕਦਾ ਹੈ ਸਾਡੇ ਕੋਲ, ਜੇਕਰ ਉਹ ਜ਼ਿਆਦਾ ਮਤਲਬ ਮੰਨ ਲਓ ਕਮਿਟਮੈਂਟ ਹੈ ਉਸ ਦੇ ਵਿੱਚ ਤਾਂ ਉਹਨੂੰ ਕਾਪੀ ਵੀ ਅਸੀਂ ਦੇ ਸਕਦੇ ਹਾਂ, ਜਾਂ ਕੋਈ ਗਵਾਹ ਹੈ ਉਹ ਵੀ ਕਾਪੀ ਰੱਖ ਸਕਦਾ ਹੈ। ਓਪਨ ਹੈ ਸਾਡੇ ਵਾਸਤੇ ਜੀ, ਸਾਰਾ ਐਵੀਡੈਂਸ ਹੈ ਉਹਦੇ ਵਿੱਚ, ਐਵੀਡੈਂਸ ਹੈ
ਜੋ ਤੁਸੀਂ ਕਹਿ ਰਹੇ ਹੋ ਨਾ, ਜੋ ਸਵਾਲ ਕੀਤਾ, ਤੇ ਵੱਡੇ ਵੱਡਿਆਂ ਦੇ ਖਿਲਾਫ ਐਵੀਡੈਂਸ ਹੈ, ਤਾਂ ਹੀ ਉਹਨਾਂ ਨੂੰ ਪੀੜ ਹੋ ਗਈ। ਤੇ ਪੀੜ ਹੋ ਗਈ ਤਾਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਜੋ ਕੁਝ ਵੀ ਕੀਤਾ, ਮੈਂ ਉਸ ਦੇ ਉੱਤੇ ਜੋ ਅਦਾਲਤ ਦਾ ਆਰਡਰ ਹੈ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਹਾਂ ਜੀ। ਲੇਕਿਨ ਮਤਲਬ ਮੈਂ ਇਹ ਸੋਚਿਆ ਕਿ ਜੇਕਰ ਮੇਰੀ ਰਿਪੋਰਟ ਕੁਐਸ਼ ਹੋ ਗਈ ਹੈ ਤਾਂ ਮੈਨੂੰ ਇਸ ਸਰਵਿਸ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ। ਅਗਲਾ ਸਵਾਲ ਤੁਸੀਂ ਕਰ ਸਕਦੇ ਜੀ। ਮੇਰਾ ਸਵਾਲ ਵੀ ਥੋੜਾ ਜਿਹਾ ਹੈਰਾਨਗੀ ਵਾਲਾ ਵੀ ਹੈ, ਕਿਉਂਕਿ ਮੈਂ ਲੀਗਲ ਸਿਸਟਮ ਬਾਰੇ ਜਾਣੂ ਨਹੀਂ ਆ। ਸਾਨੂੰ ਇੱਕ ਗੱਲ ਬੜੀ ਹੈਰਾਨਗੀ ਦੀ ਲੱਗ ਰਹੀ ਹੈ ਕੁੰਵਰ ਜੀ, ਕਿ ਇੱਕ SHO ਅਗਰ ਜਾਂਦਾ ਹਾਈ ਕੋਰਟ 'ਚ ਇਹ ਗੱਲ ਕਹਿੰਦਾ ਹੈ ਜੀ ਕਿ ਉਹਦੇ ਨਾਲ ਇਨਸਾਫ ਨਹੀਂ ਹੋਇਆ, ਉਹਦੇ ਨਾਲ ਏਡੀ ਵੱਡੀ ਜਿਹੜੀ SIT ਦੀ ਇਨਵੈਸਟੀਗੇਸ਼ਨ ਜਿਹੜੀ ਕਈ ਸਾਲ ਚੱਲੀ ਹੈ, ਹਜ਼ਾਰਾਂ ਘੰਟੇ ਜਿਹਦੇ ਤੇ ਲਗਾਏ ਗਏ, ਇੰਨੇ ਰਿਸੋਰਸਿਸ ਸੀ, ਔਰ ਇੱਕ ਪੂਰੀ ਫਾਈਂਡਿੰਗ ਆ ਗਈ, ਟ੍ਰਾਇਲ ਤੇ ਚਲੀ ਗਈ, ਕਿ ਅਦਾਲਤ ਸਿਰਫ ਇੱਕ ਆਦਮੀ ਦੇ ਕਹਿਣ ਤੇ ਪੂਰੀ ਇਨਵੈਸਟੀਗੇਸ਼ਨ ਨੂੰ ਹੀ ਖਾਰਜ ਕਰ ਸਕਦੀ ਹੈ? ਇਹ ਸਾਨੂੰ ਸਮਝ ਨਹੀਂ ਆ ਰਹੀ। ਦੇਖੋ, ਇਸ ਚੀਜ਼ ਦਾ ਤੁਸੀਂ ਜਵਾਬ ਮੈਂ ਨਹੀਂ ਦੇ ਸਕਦਾ, ਲੇਕਿਨ ਕਿਉਂਕਿ ਮੇਰੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ, ਮੈਨੂੰ ਇਸ ਦਾ ਜਵਾਬ ਨਹੀਂ ਦੇਣਾ ਬਣਦਾ ਹੈ। ਕੋਈ ਵੀ ਰਿਟਾਇਰਡ ਜੱਜ ਜਾਂ ਕੋਈ ਵੀ ਤੁਸੀਂ ਅਟਾਰਨੀ ਐਡਵੋਕੇਟ ਜੋ ਕ੍ਰਿਮੀਨਲ ਦੇ ਜਾਣਕਾਰ ਨੇ ਜੀ, ਉਹਨਾਂ ਕੋਲੋਂ ਤੁਸੀਂ ਇਸ ਚੀਜ਼ ਦਾ ਪੁੱਛ ਸਕਦੇ ਹੋ, ਠੀਕ ਹੈ ਜੀ। ਮਤਲਬ ਮੇਰਾ ਐਫੀਡੇਵਿਟ ਦੇਖੋਗੇ, ਕਿਉਂਕਿ ਇਸ ਰਿਟ ਦੇ ਵਿੱਚ ਮੇਰਾ ਐਫੀਡੇਵਿਟ ਗਿਆ ਸੀ ਜੀ, ਮੈਂ ਕਲੀਅਰ ਕੋਟ ਦੇ ਵਿੱਚ ਕਿਹਾ ਸੀ ਕਿ ਇਹ ਪ੍ਰੌਕਸੀ ਲਿਟੀਗੇਸ਼ਨ ਐਸੇ ਤਾਂ ਦੋਸ਼ੀ ਹੈ, ਦੋਸ਼ੀ ਨੂੰ ਇਨਵੈਸਟੀਗੇਟਿੰਗ ਆਫਿਸਰ ਸਿਲੈਕਟ ਕਰਨ ਦਾ ਅਧਿਕਾਰ ਨਹੀਂ ਹੈ ਜੀ, ਕਿਉਂਕਿ ਇਹ ਜੋ ਕੁਝ ਵੀ ਪ੍ਰੋਸੈਸ ਹੁੰਦਾ ਹੈ ਨਾ, ਇਹ ਅਦਾਲਤੀ ਪ੍ਰਕਿਰਿਆ ਹੈ। ਅਸੀਂ ਚਲਾਨ ਚਾਰਜਸ਼ੀਟ ਦੇ ਰੂਪ ਦੇ ਵਿੱਚ ਅਦਾਲਤ ਦੇ ਵਿੱਚ ਦਿੰਦੇ ਹਾਂ, ਅਦਾਲਤ ਨੂੰ ਫੈਸਲਾ ਜੀ, ਉਹ ਹੁੰਦੀ ਹੈ, ਉਸ ਸੈਸ਼ਨ ਅਦਾਲਤ ਟ੍ਰਾਇਲ ਕੋਰਟ ਹੁੰਦਾ, ਠੀਕ ਹੈ ਜੀ। ਇਹ ਗੱਲ ਨਹੀਂ ਕਿ ਐਕਸੈਸ ਨਹੀਂ ਦਿੱਤਾ, ਉਹ ਤੇ ਪ੍ਰੌਕਸੀ ਮੇਰਾ ਤੁਸੀਂ ਦੇਖ ਸਕਦੇ ਹੋ, ਐਫੀਡੇਵਿਟ ਵੀ ਹੁਣ ਪਬਲਿਕ ਤੁਸੀਂ ਬਾਰੇ ਉਹਨਾਂ ਦੇ ਬਿਹਾਫ ਤੇ ਫਾਈਲ ਲਿਟੀਗੇਸ਼ਨ ਸੀਗਾ, ਉਹਦਾ ਥੋੜਾ ਮੈਂ ਸਬੂਤ ਵੀ ਆਪਣੇ ਐਫੀਡੇਵਿਟ ਦੇ ਵਿੱਚ ਦਿੱਤਾ ਸੀ। ਤੇ ਸਾਰੇ ਨੂੰ ਪਤਾ ਹੈ ਕਿ ਪ੍ਰੌਕਸੀ ਲਿਟੀਗੇਸ਼ਨ ਜੋ ਕੁਝ ਵੀ ਆਰਡਰ ਆਇਆ ਹੈ, ਆਰਡਰ ਤੇ ਮੇਰੇ ਵੱਲੋਂ ਕੋਈ ਟਿੱਪਣੀ ਨਹੀਂ ਹੋਗੀ। ਠੀਕ ਹੈ ਜੀ। ਅੱਛਾ, ਮੇਰਾ ਮੈਂ ਕਰ ਸਕਦਾ, ਮੈਨੂੰ ਦੇਖੋ, ਮੈਨੂੰ ਲੀਗਲ ਨੌਲੇਜ ਹੈ, ਮੈਂ ਟੌਪਰ ਰਿਹਾ ਪੰਜਾਬ ਯੂਨੀਵਰਸਿਟੀ ਲਾਅ ਡਿਪਾਰਟਮੈਂਟ ਦੇ ਵਿੱਚ, ਤੇ ਡਿਊਰਿੰਗ ਸਰਵਿਸ ਮੈਂ LLB ਕੀਤੀ ਹੋਈ ਹੈ। ਇੱਕ ਚੀਜ਼ ਹੋਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਤੋਂ ਬਾਅਦ ਮੇਰਾ ਪ੍ਰੋਫੈਸ਼ਨ ਵੀ ਲੀਗਲ ਪ੍ਰੋਫੈਸ਼ਨ ਹੋਗਾ, ਕਿਉਂਕਿ ਮੈਂ ਵਕਾਲਤ ਕਰਾਂਗਾ ਜੀ, ਠੀਕ ਹੈ ਜੀ। ਕਿਉਂਕਿ ਮੈਨੂੰ ਆਪਣਾ ਇੱਕ ਪ੍ਰੋਫੈਸ਼ਨ ਤਾਂ ਰੱਖਣਾ ਹੀ ਰੱਖਣਾ ਹੈ ਨਾ, ਤੇ ਮੈਂ ਪੁਲਿਸ ਦੀ ਸਰਵਿਸ ਜੇਕਰ ਛੱਡ ਰਿਹਾ ਹਾਂ ਤੇ ਮੇਰਾ ਲੀਗਲ ਪ੍ਰੋਫੈਸ਼ਨ ਹੀ ਰਹੇਗਾ, ਕਿਉਂਕਿ ਮੈਨੂੰ ਉਸੇ ਮਤਲਬ ਪ੍ਰੋਫੈਸ਼ਨ ਦੇ ਵਿੱਚ ਮਹਾਰਤ ਹੈ, ਤੇ ਮੈਂ ਆਪਣਾ ਉਹੀ ਪ੍ਰੋਫੈਸ਼ਨ ਰੱਖਾਂਗਾ। ਲੇਕਿਨ ਚूंकि ਇਨਵੈਸਟੀਗੇਸ਼ਨ ਵੀ ਮੇਰੇ ਵੱਲੋਂ ਕੀਤੀ ਹੋਈ ਹੈ, ਇਸ ਕਰਕੇ ਮੈਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਠੀਕ ਹੈ, ਉਹ ਤੁਸੀਂ ਕਿਸੇ ਹੋਰ ਲੀਗਲ ਜੋ ਮਾਹਿਰ ਪੁੱਛ ਸਕਦੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜੀ। ਤੇ ਅੱਜ ਹੀ ਜਸਟਿਸ ਰਣਜੀਤ ਸਿੰਘ ਜੋ ਮਤਲਬ ਜੋ ਉਹਨਾਂ ਦੇ ਅੰਡਰ ਉਹ ਕਮਿਸ਼ਨ ਬਣਿਆ ਹੋਇਆ ਸੀ ਜੀ, ਉਹਨਾਂ ਨੇ ਕਾਫੀ ਮਤਲਬ ਉਹਦੇ ਉੱਤੇ ਕਾਫੀ ਬੋਲਿਆ ਹੋਇਆ ਹੈ। ਉਹਨਾਂ ਨੇ ਜੋ ਤੁਸੀਂ ਕਹਿ ਰਹੇ ਹੋ ਉਹ ਸਾਰਾ ਚੀਜ਼ ਮਤਲਬ ਉਹਨਾਂ ਨੇ ਜੋ ਕੁਝ ਕਿਹਾ ਹੈ ਉਹ ਸਾਰਾ ਚੀਜ਼ ਉਹਦੇ ਵਿੱਚ ਕਵਰ ਹੋ ਗਿਆ ਹੈ ਜੀ। ਦੋ ਮੇਰੇ ਇਸ ਸੰਬੰਧ ਦੇ ਵਿੱਚ ਪੁੱਛ ਸਕਦੇ ਹੋ ਜੀ। ਮੇਰੇ ਦੋ ਨੈਕਸਟ ਸਵਾਲ ਤੁਸੀਂ ਕਾਈਂਡਲੀ ਕਰੋ ਜੀ। ਮੇਰੇ ਦੋ ਕੁਐਸਚਨ ਹੈ ਹੁਣ ਤੁਹਾਨੂੰ। ਪਹਿਲਾ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਕੋਲ ਕਾਪੀ ਆ ਗਈ ਹੈ, ਉਹਨਾਂ ਕੋਲ ਆਲਰੇਡੀ ਕਾਪੀ ਮੌਜੂਦ ਆ। ਉਦੋਂ ਬੜਾ ਇਸ਼ੂ ਬਣਿਆ ਕਿ ਉਹਨਾਂ ਕੋਲ ਕਾਪੀ ਕਿਵੇਂ ਪਹੁੰਚ ਗਈ, ਉਹ ਤੁਸੀਂ ਦੱਸ ਹੀ ਦਿੱਤਾ ਹੈ ਕਿ ਪਬਲਿਕ ਡਾਕੂਮੈਂਟ ਸੀਗਾ। ਉਹਨਾਂ ਨੇ ਹੁਣ ਕਿਹਾ ਕਿ ਪੰਜਾਬ ਸਰਕਾਰ ਨੇ ਤੁਸੀਂ ਦੇਖੋ ਜੀ, ਤੁਸੀਂ ਇਹਦੇ ਵਿੱਚ ਇਹ ਮਤਲਬ ਥੋੜਾ ਸਾ ਕਨਫਿਊਜ਼ ਹੋ ਰਹੇ ਹੋ ਜੀ ਜੀ ਦੱਸੋ। ਇਹ ਕਿਹਾ ਹੈ ਜੋ ਮੈਂ ਮਤਲਬ ਅਖਬਾਰਾਂ ਦੇ ਵਿੱਚ ਮੈਂ ਦੇਖਿਆ ਹਾਂ ਕਿ ਸਰਕਾਰ ਇਹ ਰਿਪੋਰਟ ਜਨਤਕ ਕਰੇ ਜੀ। ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜ਼ਿਆਦਾ ਪਤਾ ਨਹੀਂ ਹੈ। ਠੀਕ ਹੈ। ਉਹ ਤਾਂ ਮੈਂ ਤਾਂ ਹਰੇਕ ਨਾਗਰਿਕ ਨੂੰ ਮੈਂ ਸਦਾ ਪੱਤਰ ਦਿੱਤਾ ਹੋਇਆ ਹਾਂ ਮੀਡੀਆ ਦੇ ਰਾਹੀਂ। ਓਪਨ ਇਨਵੀਟੇਸ਼ਨ ਹੈ ਮੇਰੇ ਵੱਲੋਂ ਕਿ ਕੋਈ ਵੀ ਨਾਗਰਿਕ ਆ ਕੇ ਮੇਰੇ ਦਫ਼ਤਰ ਦੇ ਵਿੱਚ ਆ ਕੇ ਦੇਖ ਸਕਦਾ ਹੈ, ਕੋਈ ਵੀ ਨਾਗਰਿਕ ਕਾਪੀ ਲੈ ਸਕਦਾ ਹੈ, ਕੋਈ ਵੀ ਨਾਗਰਿਕ ਅਦਾਲਤ ਵੱਲੋਂ ਸਰਟੀਫਾਈਡ ਕਾਪੀ ਵੀ ਲੈ ਸਕਦਾ ਹੈ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਤਾਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ। ਠੀਕ ਹੈ, ਇਹ ਆਲਰੇਡੀ ਪਬਲਿਕ ਡਾਕੂਮੈਂਟ ਹੈ ਤੇ ਜੋ ਵੀ ਜਾਗਰੂਕ ਵਿਅਕਤੀ ਨੇ ਪੰਜਾਬ ਦੇ ਜਾਂ ਜਾਗਰੂਕ ਨਾਗਰਿਕ ਨੇ ਉਹਨਾਂ ਦੇ ਕੋਲ ਕਾਪੀ ਪਈ ਹੋਈ ਹੈ ਤੇ ਉਹਨਾਂ ਨੇ ਉਹਦੀ ਕਾਪੀ ਰੱਖੀ ਹੋਈ ਹੈ ਤੇ ਜੋ ਚਾਹਵਾਨ ਨੇ ਉਹ ਸਾਡੇ ਕੋਲੋਂ ਹੁਣ ਵੀ ਆ ਕੇ ਲੈ ਜਾ ਰਹੇ ਨੇ। ਠੀਕ ਹੈ ਜੀ। ਜਦੋਂ ਕੁਐਸ਼ ਹੋ ਹੀ ਗਿਆ ਤਾਂ ਉਸ ਚੀਜ਼ ਨੂੰ ਦੇਣ ਦੇ ਵਿੱਚ ਤਾਂ ਕਿਸੇ ਨੂੰ ਕੋਈ ਹਰਜ ਹੀ ਨਹੀਂ ਹੋ। ਤਾਂ ਮੈਂ
ਮਤਲਬ ਆਰਾਮ ਨਾਲ ਕਿਸੇ ਨੂੰ ਵੀ ਦੇ ਸਕਦਾ ਹਾਂ। ਠੀਕ ਹੈ, ਕਲੀਅਰ ਹੋ ਗਈ ਜੀ ਗੱਲ। ਕੋਈ ਲੀਗਲ ਸੈਂਕਟੀਟੀ ਅੱਜ ਦੀ ਤਾਰੀਖ ਦੇ ਵਿੱਚ ਨਹੀਂ ਨਹੀਂ ਹੈ। ਠੀਕ ਹੈ, ਮੇਰਾ ਸਵਾਲ ਇਹ ਸੀਗਾ ਮਤਲਬ ਉਹਨਾਂ ਨੂੰ ਮਤਲਬ ਮੈਂ ਪੂਰਾ ਕਰ ਲਵਾਂ ਜੀ, ਉਹਨਾਂ ਨੂੰ ਮੈਨੂੰ ਲੱਗ ਰਿਹਾ ਹੈ ਕਿ ਇਸ ਚੀਜ਼ ਦੇ ਬਾਰੇ ਪਤਾ ਨਹੀਂ ਸੀ। ਠੀਕ ਹੈ, ਠੀਕ ਮੈਂ ਇਸ ਕਰਕੇ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਸਰਕਾਰ ਇਸ ਨੂੰ ਜਨਤਕ ਕਰੇ। ਉਹ ਆਲਰੇਡੀ ਜਨਤਕ ਹੈ, ਉਹਦੇ ਵਿੱਚ ਕੋਈ ਮਤਲਬ ਲੁਕੋ ਕੇ ਕੋਈ ਚੀਜ਼ नहीं रखी हुई है जी। जो भी जिम्मेवार मतलब नागरिक है ਜਾਂ ਜੋ ਜਾਗਰੂਕ ਨਾਗਰਿਕ ਹੈ ਉਹਨਾਂ ਦੇ ਕੋਲ ਉਹਦੀ ਕਾਪੀ ਪਈ ਹੋਈ ਹੈ। ਠੀਕ ਹੈ, ਮੇਰਾ ਅਗਲਾ ਸਵਾਲ ਜੀ, ਅਗਲਾ ਸਵਾਲ ਕੁੰਵਰ ਜੀ ਇਹ ਹੈ ਕਿ ਇਹ ਇਸ਼ੂ ਐਸਾ ਵੱਡਾ ਇਸ਼ੂ ਸੀ ਕਿ ਉਸ ਵੇਲੇ ਇਲੈਕਸ਼ਨ ਦਾ ਵੀ ਵੱਡਾ ਏਜੰਡਾ ਇਹ ਸੀ ਔਰ ਕੈਪਟਨ ਸਾਹਿਬ ਨੇ ਉਸ ਵੇਲੇ ਕਿਹਾ ਸੀ ਕਿ ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਂਗੇ, ਜਿਹੜੇ ਲੋਕ ਦੋਸ਼ੀ ਹੈ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ 'ਚ ਭੇਜਾਂਗੇ। ਔਰ ਲੋਕਾਂ ਨੇ ਸਰਕਾਰ ਚੁਣੀ ਜਦੋਂ, ਤੇ ਉਹਦੇ 'ਚ ਇਹ ਵੀ ਇੱਕ ਬਹੁਤ ਅਹਿਮ ਇਸ਼ੂ ਸੀ ਉਸ ਵੇਲੇ ਦਾ। ਔਰ ਹੁਣ ਜਦੋਂ ਇਹ ਕੇਸ ਹਾਈ ਕੋਰਟ 'ਚ ਗਿਆ ਹੈ, ਦੋਸ਼ ਲੱਗ ਰਿਹਾ ਸਰਕਾਰ ਤੇ ਕਿ ਸਰਕਾਰ ਦਾ ਜਿਹੜੀ ਪੈਰਵੀ ਸੀ ਉਹ ਬੜੀ ਵੀਕ ਸੀ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਉਹਨਾਂ ਦੀ ਆਪਣੀ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਵੀ ਕਹਿ ਰਹੇ ਆ, ਕੁਝ ਹੋਰ ਲੋਕ ਵੀ ਹੁਣ ਕਹਿਣ ਲੱਗ ਪਏ ਆ ਕਿ ਜੀ ਮੇਰੀ ਗੱਲ ਸੁਣੋ, ਮੈਨੂੰ ਪਤਾ ਨਹੀਂ ਬੋਲਣਾ ਚਾਹੀਦਾ ਹੈ ਕਿ ਨਹੀਂ ਬੋਲਣਾ ਚਾਹੀਦਾ ਹੈ ਜੀ। ਸਰਦਾਰ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਹੁੰਦੇ ਸੀ, ਮਿਨਿਸਟਰ ਹੁੰਦੇ ਸੀਗੇ, ਨੰਬਰ 2 ਤੇ ਸੀਗੇ ਜੀ, ਆਲ ਪਾਵਰਫੁਲ ਹੁੰਦੇ ਸੀਗੇ, ਉਦੋਂ ਵੀ ਤਾਂ ਮੈਂ ਉਹਨਾਂ ਕੋਲੋਂ ਸਪੋਰਟ ਮੰਗੀ ਸੀ ਕਿ ਮੇਰੇ ਤੇ ਕਾਫੀ ਤਸ਼ੱਦਦ ਹੋ ਰਿਹਾ ਹੈ, ਤੁਸੀਂ ਸਰਕਾਰ ਦੇ ਵਿੱਚ ਨੰਬਰ 2 ਤੇ ਹੋ, ਤੁਸੀਂ ਮੇਰੀ ਸਪੋਰਟ ਕਰੋ, ਮੈਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਮੈਂ ਕਰਨਾ ਹੈ। ਤੇ ਮੇਰੇ ਤੇ ਤਸ਼ੱਦਦ ਹੋ ਰਹੇ ਨੇ, ਖਾਸ ਕਰਕੇ ਜਦੋਂ ਚੋਣ ਕਮਿਸ਼ਨ ਦਾ ਜੁਰਿਸਡਿਕਸ਼ਨ, ਭਾਰਤੀ ਚੋਣ ਕਮਿਸ਼ਨ ਦਾ ਜੁਰਿਸਡਿਕਸ਼ਨ ਅਟਰੈਕਟ ਕੀਤਾ ਗਿਆ, ਮੇਰੇ ਤੇ ਕਾਫੀ ਤਸ਼ੱਦਦ ਕੀਤਾ ਗਿਆ, ਮੈਨੂੰ ਗਾਲ ਕੱਢੀ ਗਈ। ਮੈਂ ਇਹਨਾਂ ਨੂੰ ਮਤਲਬ ਬੇਨਤੀ ਕੀਤੀ ਸੀ ਕਿ ਤੁਸੀਂ ਬਤੌਰ ਮੰਤਰੀ, ਕਿਉਂਕਿ ਤੁਸੀਂ ਕਾਫੀ ਜ਼ਿਆਦਾ ਵੱਡੀਆਂ ਗੱਲਾਂ ਕਰ ਗਏ ਹੋ ਵਿਧਾਨ ਸਭਾ ਦੇ ਵਿੱਚ ਵੀ, ਦੂਜੇ ਪਾਸੇ ਵੀ, ਤੁਸੀਂ ਮਤਲਬ ਮੇਰੀ ਸਪੋਰਟ ਤਾਂ ਕਰੋ। ਲੇਕਿਨ ਉਦੋਂ ਸਪੋਰਟ ਕਰਨਾ ਚਾਹੀਦਾ ਸੀ ਨਾ। ਜੇਕਰ ਉਦੋਂ ਇਹ ਸਪੋਰਟ ਕਰ ਦਿੰਦੇ ਤਾਂ ਹੋ ਸਕਦਾ ਸੀ ਕਿ ਅੱਜ ਤਸਵੀਰ ਮਤਲਬ ਕੁਝ ਹੋਰ ਹੁੰਦੀ ਇਸ ਇਨਵੈਸਟੀਗੇਸ਼ਨ ਦਾ। ਕਿਹਨੇ ਕੱਢੀ ਤੁਹਾਨੂੰ ਗਾਲ ਕੁੰਵਰ ਜੀ, ਕਿਹਨੇ ਗਾਲ ਕੱਢੀ ਔਰ ਕਿਹਨੇ ਤਸ਼ੱਦਦ ਕੀਤਾ? ਨਾਮ ਲੈਣਾ ਚਾਹੋਗੇ? ਦੋ ਖੁੱਲ ਕੇ ਹੁੰਦੇ ਸਮਾਂ। ਦੇਖੋ, ਮੈਂ ਤੁਹਾਨੂੰ ਵੀ ਪਤਾ ਹੈ ਮੈਂ ਨਾ ਕਿਸੇ ਦਾ ਲੈਂਦਾ ਹੀ ਨਹੀਂ ਜੀ, ਨਾ ਮਤਲਬ ਲੈਣ ਦੀ ਕੋਈ ਲੋੜ ਵੀ। ਉਸ ਵੇਲੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੇਰੀ ਸੁਣੋ ਜੀ, ਮੇਰੀ ਗੱਲ ਤਾਂ ਸੁਣੋ। ਪੰਜਾਬ ਦੇ ਬੱਚਿਆਂ ਨੂੰ ਪਤਾ ਹੈ, ਠੀਕ ਹੈ ਕਿ ਨਹੀਂ? ਜਦੋਂ ਤੁਸੀਂ ਸਵਾਲ ਕਰ ਦਿੱਤਾ ਨਾ ਤਾਂ ਮੇਰਾ ਆਨਸਰ ਸੁਣੋ ਨਾ ਜੀ। ਸੁਣਾਓ ਜੀ, ਸਪਸ਼ਟ ਬੇਵਾਕ ਤਰੀਕੇ ਦੇ ਨਾਲ ਗੱਲ ਕਰਾਂਗਾ ਜੀ ਪਲੀਜ਼। ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ 6ਵਾਂ ਦਰਿਆ ਬਹਾਇਆ, ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕੀਤੀ, ਜੋ ਨਸ਼ੇ ਦਾ ਥੋਕ ਵਪਾਰ ਕਰਦੇ ਨੇ ਪੰਜਾਬ ਦੇ ਵਿੱਚ, ਇਸ ਤਰ੍ਹਾਂ ਦੇ ਬੰਦੇ ਮਾਂ ਪੈਣ ਦੀਆਂ ਗੱਲਾਂ ਕੱਢ ਕੇ ਬੋਲਦੇ ਰਹੇ ਨੇ, ਜੋ ਮੀਡੀਆ ਦੇ ਵਿੱਚ ਹੈ, ਅੱਜ ਵੀ ਮੀਡੀਆ ਦੇ ਵਿੱਚ ਹੈ। ਤੁਸੀਂ ਸੋਚ ਸਕਦੇ ਹੋ ਮੇਰੇ ਬਾਰੇ, ਠੀਕ ਹੈ ਕਿ ਨਹੀਂ? ਇਹ ਹੰਕਾਰ, ਇਹ ਸਾਰਾ ਚੀਜ਼ ਮੈਂ ਬੇਨਤੀ ਕੀਤੀ ਸੀ ਉਦੋਂ ਸਰਕਾਰ ਨੂੰ ਕਿ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਹੁੰਦੇ ਸ਼ੁਰੂ ਹੋਈ ਤੇ ਖਤਮ ਵੀ ਹੋ ਗਈ, ਕੋਈ ਕਾਰਵਾਈ ਨਹੀਂ। ਤੁਸੀਂ ਸੋਚ ਸਕਦੇ ਹੋ ਮਤਲਬ ਇਸ ਤਰ੍ਹਾਂ, ਇਸ ਤਰੀਕੇ ਦੇ ਨਾਲ ਮੈਨੂੰ ਜਲੀਲ ਕੀਤਾ ਗਿਆ, ਇਸ ਤਰੀਕੇ ਦੇ ਨਾਲ ਕਿ ਕੋਈ ਆਮ ਬੰਦਾ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ। ਲੇਕਿਨ ਮੈਂ ਬਰਦਾਸ਼ਤ ਕੀਤਾ, ਸਿਰਫ ਮੇਰਾ ਇਹ ਸੀਗਾ ਕਿ ਨਹੀਂ, ਸੱਚਾਈ ਸਾਹਮਣੇ ਲੈ ਕੇ ਰੱਖ ਦੇਣੀ ਹੈ ਐਵੀਡੈਂਸ ਦੇ ਨਾਲ। ਸਿਰਫ ਇਹ ਨਹੀਂ ਕਿ ਸੱਚਾਈ ਲਿਖ ਦੇਣ ਦੇ ਨਾਲ ਹੋ ਜਾਏਗਾ, ਕਿਉਂਕਿ ਫੈਸਲਾ ਅਦਾਲਤ ਦੇ ਵਿੱਚ ਹੋਣਾ ਹੈ, ਸਬੂਤਾਂ ਦੇ ਆਧਾਰ ਤੇ ਹੋਣਾ ਹੈ। ਇਸ ਕਰਕੇ ਮੇਰਾ ਸੀਗਾ ਕਿ ਸਬੂਤ ਇਕੱਠੇ ਕਰੋ, ਸਬੂਤ ਅਸੀਂ ਇਕੱਠਾ ਕਰਕੇ ਫਿਰ ਇਹ ਸਾਰਾ ਕੁਝ ਸਾਹਮਣੇ ਰੱਖ ਦਿੱਤਾ। ਮੈਂ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਕਹਿਣਾ ਆਸਾਨ ਹੈ ਤੇ ਇਸ ਦੇ ਉੱਤੇ ਅਮਲ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਇਸ ਤਰ੍ਹਾਂ ਦੇ ਨਸ਼ਾਖੋਰ ਪੰਜਾਬ ਦੀ ਨੌਜਵਾਨੀ ਨੂੰ ਜਿਹਨਾਂ ਨੇ ਬਰਬਾਦ ਕਰਕੇ ਰੱਖ ਦਿੱਤੀ, ਉਸ ਤਰ੍ਹਾਂ ਦੇ ਲੋਕ ਵੀ ਜੇਕਰ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ ਤੇ ਲੋਕ ਬਰਦਾਸ਼ਤ ਕਰਦੇ ਨੇ ਤੇ ਚੰਗਾ ਨਹੀਂ ਲੱਗਦਾ ਜੀ। ਇੱਕ ਮੰਨ ਲਓ ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਚੰਗੀ ਨਹੀਂ ਲੱਗਦੀ ਹੈ, ਕਿਉਂਕਿ ਕੋਈ ਬੰਦਾ ਜੇਕਰ ਪਬਲਿਕ ਡਿਊਟੀ ਪਰਫਾਰਮ ਕਰ ਰਿਹਾ ਹੈ ਉਸ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ। ਲੇਕਿਨ ਮੈਂ ਬਰਦਾਸ਼ਤ ਕੀਤਾ। ਮੈਂ 2 ਸਾਲ ਮੀਡੀਆ ਦੇ ਵਿੱਚ ਵੀ ਨਹੀਂ ਗਿਆ ਜੀ, ਤੁਸੀਂ ਦੇਖ ਸਕਦੇ ਹੋ ਜੀ। ਮੈਂ ਠੀਕ 2 ਸਾਲ ਬਾਅਦ, ਮਾਰਚ ਤੋਂ ਬਾਅਦ, ਮਾਰਚ 2019 ਤੋਂ ਬਾਅਦ 15 ਮਾਰਚ 2021 ਨੂੰ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਕਰਨ ਦਾ ਮੈਂ ਐਲਾਨ ਕੀਤਾ, ਉਦੋਂ ਮੈਂ ਮੀਡੀਆ ਦੇ ਵਿੱਚ ਆਇਆ ਤੇ ਮੈਂ ਐਲਾਨ ਕਰ ਦਿੱਤਾ ਕਿ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਹੈ। ਕੋਈ ਵੀ ਨਾਗਰਿਕ ਜੇਕਰ ਦੇਖਣਾ ਚਾਹੁੰਦਾ ਹੈ ਦੇਖ ਸਕਦਾ ਹੈ, ਕਾਪੀ ਲੈਣਾ ਚਾਹੁੰਦਾ ਹੈ ਲੈ ਸਕਦਾ ਹੈ, ਜੇਕਰ ਕੋਈ ਸਰਟੀਫਾਈਡ ਕਾਪੀ ਲੈਣਾ ਚਾਹੁੰਦਾ ਹੈ ਉਹ ਅਦਾਲਤ ਤੋਂ ਵੀ ਲੈ ਸਕਦਾ ਹੈ।
ਮੇਰਾ ਲਾਸਟ ਇਸ ਤੋਂ ਸਵਾਲ ਇਲਾਵਾ ਹੈ ਤੁਸੀਂ ਸਵਾਲ ਕੰਵਰ ਜੀ, ਲਾਸਟ ਸਵਾਲ ਹੈ ਕਿ ਇੱਕ ਪਾਸੇ ਕੈਪਟਨ ਸਾਹਿਬ ਤੁਹਾਨੂੰ ਬਹੁਤ ਬ੍ਰਾਈਟ, ਅਪਰਾਈਟ, ਓਨੈਸਟ, ਕੈਪੇਬਲ ਅਫਸਰ ਕਹਿ ਰਹੇ ਹੈ, ਔਰ ਦੂਜੇ ਪਾਸੇ ਤੁਹਾਨੂੰ ਡਿਫੈਂਡ ਨਹੀਂ ਕਰ ਰਹੇ। ਇਹ ਦੋਹਰੀ ਰਾਜਨੀਤੀ ਕਿਉਂ? ਦੇਖੋ, ਮੈਂ ਰਾਜਨੀਤੀ ਦੇ ਬਾਰੇ ਤਾਂ ਕੋਈ ਗੱਲ ਕਰਾਂਗਾ ਹੀ ਨਹੀਂ। ਜਿਸ ਤਰ੍ਹਾਂ ਤੁਸੀਂ मतलब सवाल किया, मैं राजनीति के बारे तो मैं कुछ नहीं बोलांगा, क्योंकि मैं देखो एक प्रोफेशनल पुलिस अफसर हाँ, तो एक प्रोफेशनलिज्म हमेशा मेरे अंदर रहेगा, ठीक है ना। भावे मैं इस सर्विस तो बाहर भी चला जाऊंगा, एक प्रोफेशनलिज्म जरूर रहेगा। ये सारा कुछ सामने है, मैनू बोलन की लोड़ नहीं है किसने सपोर्ट किया, किसने डिफेंड किया, किसने डिफेंड करने की कोशिश की, किसने विघन पाया इस काम के बीच। ये सारा मतलब ऑन रिकॉर्ड भी है ते पब्लिक व्यू दे विच भी है, सारी जनता नूं इस दे बारे पता है। इस करके मैं ये नहीं दसना चाहता हाँ। ठीक है, मैनू इस चीज़ का जरूर अफसोस रहेगा कि साडे एडवोकेट जनरल इन्हां केसां दे विच अपीयर नहीं हुंदे सीगे। मेरे बारों बार-बार चिट्ठी भी लिखी जाती सीगी, मानयोग सीएम साहब वालों कई बार उन्होंने कहा भी गया सी कि तुसी आप अपीयर हो, आप डिफेंड करो। तो उन्होंने की मजबूरी सी मैनू नहीं पता है जी, लेकिन उन्होंने डिफेंड नहीं किया इस केस नूं। वो कोई दिल्लियों वकील लेके आउंदे सी, वो की बोलते सीगे की नहीं बोलते सी, की उन्होंने इन्हां केसां दे बारे। मैं तो तुहानूं ये भी मतलब कहना चाहुंदा हां कि ये जो केस है ना, जो चार्जशीट बनाई गई है, जो साडी रिपोर्ट है, कोई चंगे मतलब अटॉर्नी या एडवोकेट नूं भी 6 महीने लग जाएंगे समझण दे विच, 6 महीने लग जाएंगे जी समझण दे विच। इन्ना ज्यादा ये मैटर कंप्लीकेटेड है, तो इनू कंप्लीकेटेड कर दिता गया। ठीक है, इस करके मैं किसी के ऊपर कोई इल्जाम नहीं लगाऊंगा, मतलब मैं इल्जाम लगा के भी कोई फायदा नहीं है। ठीक है, एक सवाल जो सच्चाई है वो सारे दे सामने है। ठीक है, लेकिन मैनू दुख होया कि इसका ट्रायल होना चाहिए। ट्रायल भावें सैशन अदालत दे विच हो जाए, ट्रायल भावें हाई कोर्ट दे विच हो जाए, ट्रायल भावें सुप्रीम कोर्ट दे विच हो जाए। मेरा एविडेंस देखो ना, एविडेंस देखो कि इहदे विच एविडेंस है कि नहीं है। मैं किसी भी कोर्ट दे विच तैयार सीगा आर्गूमेंट करने वास्ते। मेरा एक सवाल है, मेरे उते आर्गूमेंट वास्ते तैयार सीगा। तुसी मेरी पूरी गल सुन लो जी, तुसी पूरी गल सुन लो, ठीक है कि नहीं। सवाल तुसी दूसरा भी कर सकते हो, कोई अर्ज नहीं। समा समाप्त हो रहा है कमर जी। मैं किसी भी अदालत दे विच आर्गूमेंट करने वास्ते तैयार सीगा। ऐसे करके मैं अपने उस सोशल मीडिया पोस्ट दे विच भी लिख दी हुई है कि आई हैव फाइल्ड माय अपील इन द सुप्रीम कोर्ट ऑफ ऑलमाइटी श्री गुरु गोबिंद सिंह जी। ठीक है कि नहीं, उन्हां दी कोर्ट सर्वोपरि है जी, सब कोर्ट तो ऊपर है। ते मैनूं उस कोर्ट दे उत्ते पूरा भरोसा है। ते मैं ये भी कहंदा हां कि उठो इंसाफ जरूर मिलना है, जरूर मिलना है, जरूर मिलना। अपने कोल 3 मिनट बाकी है कमर जी। एक्चुअली समा समाप्त हो रहा सी। मैं आई एम सो सॉरी टू यू, तुसी बड़ा खुला समा दिता और खुल के गल कीती है। सो वी हैव ओनली 3 मिनट्स। मेरा लास्ट क्वेश्चन ये है कि अगर पंजाब सरकार सुप्रीम कोर्ट च जाती है और सुप्रीम कोर्ट दे विच इस नूं बहाल रखा जाता तुहाडी इन्वेस्टिगेशन नूं, विल यू कम बैक एंड ज्वाइन योर ड्यूटी अगेन एंड विल यू कंटिन्यू विद दिस इन्वेस्टिगेशन? मैं इस केस के संबंध में जो भी मेरी ड्यूटी बनेगी मैं जरूर करांगा, लेकिन मैं अपने इस प्रोफेशन के विच नहीं आऊंगा। लेकिन जेकर सरकार चाहेगी तो मैं एक एडवोकेट के रूप में मैं इस केस में डिफेंड जरूर करांगा। और मैनू बहुत खुशी होगी कि मैं इस केस नूं मैं मतलब हमेशा तैयार रहूंगा। मैनू उम्मीद नहीं है कि इंग्लिश कॉलोनियल लॉ के तहत इस केस के विच इंसाफ मिलेगा, मैनू बिल्कुल उम्मीद नहीं है। ताई मैं सुप्रीम जो गुरु गोबिंद सिंह जी की अदालत है ना, मैं उस अदालत के सामने अपनी अपील रख दी है कि मैनू बहुत कट उम्मीद है, क्योंकि 5 साल तो हो गए, 5 साल तो ऊपर हो गए। ठीक है कि नहीं, जस्टिस डिलेड इज जस्टिस डिनाइड जी। ये तो लगता है मैनू कट उम्मीद है। तो लगता है कि हुण इलैक्शन आउणगे, पंजाब दे लोग ऑलरेडी इस जान चुके हैं कौन असली दोषी सी और उन्होंने पहला ही लोग मूँह नहीं लगा रहे। पिंडां दे विच उन्होंने पहला ही बहुत उन्होंने बेइज्जत किया जाता है और तुहानूं लगता है जो तुहानूं बेइज्जत किया गया वो किते ना किते लोग बदला लैणगे, चाहे वोटां दे राहीं सही, जे सरकारां ने बदला नहीं लिया ते? देखो मैं तो जी देखो कदे भी बदले की भावना के बीच विश्वास नहीं करता, लेकिन जो थ्योरी ऑफ कर्मा है ना जी, थ्योरी ऑफ कर्मा जो है
ਮੇਰਾ ਉਸ ਦੇ ਵਿੱਚ ਪੂਰਾ ਵਿਸ਼ਵਾਸ ਹੈ, ਠੀਕ ਹੈ ਨਾ, ਕਿ ਜੋ ਜਿਸ ਤਰੀਕੇ ਦਾ ਕਰਮ ਕਰਦਾ ਹੈ ਉਸ ਤਰੀਕੇ ਦਾ ਫਲ ਜ਼ਰੂਰ ਮਿਲਦਾ ਹੈ, ਤੇ ਉਹ ਫਲ ਜਨਤਾ ਵੀ ਦਿੰਦੀ ਹੈ, ਕਿਉਂਕਿ ਜਨਤਾ ਵੀ, ਇਹ ਦੇਖੋ ਨਾ, ਜਨਤਾ ਦੇਖਣ ਦੇ ਵਿੱਚ ਲੱਗਦਾ ਹੈ ਨਾ ਕਿ ਉਹ ਕਮਜ਼ੋਰ ਹੈ ਜਨਤਾ ਜੀ, ਲੇਕਿਨ ਬਹੁਤ ਪਾਵਰਫੁਲ, ਜਨਤਾ ਬਹੁਤ ਪਾਵਰਫੁਲ ਹੁੰਦੀ ਹੈ। ਤੇ ਜੋ ਕੁਦਰਤ ਹੈ ਨਾ, ਖਾਸ ਕਰਕੇ ਮੇਰਾ ਇਹ ਵਿਸ਼ਵਾਸ ਹੈ ਨਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੌਜੂਦ ਨੇ, ਜੀ, ਠੀਕ ਹੈ ਨਾ, ਜੀ, ਉਹ ਸਾਰਾ ਕੁਝ ਵੇਖ ਰਹੇ ਨੇ, ਉਹਨਾਂ ਨੇ ਵੀ ਇਨਸਾਫ ਕਰ ਦੇਣਾ ਹੈ, ਤੁਸੀਂ ਦੇਖ ਲੈਣਾ, ਜੀ, ਤੁਹਾਡੇ ਸਾਹਮਣੇ ਆ ਜਾਏਗਾ ਸਾਰਾ ਕੁਝ। ਠੀਕ ਹੈ ਕੰਵਰ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਔਰ ਮੈਨੂੰ ਪਤਾ ਹੈ ਕਿ ਜਿੰਨੇ ਪ੍ਰੈਸ਼ਰ 'ਚੋਂ ਤੁਸੀਂ ਗੁਜ਼ਰੇ ਪਹਿਲਾਂ ਔਰ ਹੁਣ ਜ਼ਿਆਦਾ ਗੁਜ਼ਰ ਰਹੇ ਹੋ, ਔਰ ਇਹ ਕੁਝ ਸੁਖਾਲਾ ਕੰਮ ਨਹੀਂ। ਤੁਸੀਂ ਪਹਿਲਾਂ ਵੀ ਕਿਹਾ ਹੈ ਕਿ ਕੋਈ ਹੋਰ ਵਿਅਕਤੀ ਹੁੰਦਾ ਤੇ ਪਤਾ ਨਹੀਂ ਕਿੰਨਾ ਕੁ ਜਾਂ ਤੇ ਮਾਨਸਿਕ ਤੌਰ ਦੇ ਉੱਤੇ ਕਿਤੇ ਨਾ ਕਿਤੇ ਉਹ ਕਿਸੇ ਰੋਗ ਦਾ ਸ਼ਿਕਾਰ ਹੋ ਗਿਆ ਹੁੰਦਾ। ਬਹੁਤ ਲੋਕ ਅਸੀਂ ਦੇਖੇ ਸੁਸਾਈਡ ਕਰ ਗਏ, ਬੜੇ ਲੋਕ ਦੇਖੇ ਅਸੀਂ ਉਹਨਾਂ ਨੂੰ ਮਰਵਾ ਦਿੱਤਾ ਗਿਆ। ਤੁਸੀਂ ਇੰਨੀਆਂ ਸਾਰੀਆਂ ਮੁਸ਼ਕਿਲਾਂ 'ਚੋਂ, ਮੁਸੀਬਤਾਂ 'ਚੋਂ, ਚੈਲੰਜਸ 'ਚੋਂ ਗੁਜ਼ਰਦੇ ਹੋਏ ਵੀ ਅੱਜ ਵੀ ਸ਼ਾਂਤ ਹੋ, ਕੂਲ ਹੋ ਔਰ ਬਹੁਤ ਹੀ ਬੈਲੈਂਸ ਮਾਈਂਡ ਨਾਲ ਸਾਡੇ ਨਾਲ ਗੱਲ ਤੁਸੀਂ ਕੀਤੀ ਹੈ। ਇਹਨੇ ਪ੍ਰੈਸ਼ਰ ਨੂੰ ਚਲਦਿਆਂ ਹੋਇਆਂ ਵੀ ਇੱਥੋਂ ਸਾਬਤ ਹੁੰਦਾ ਹੈ ਕਿ ਤੁਸੀਂ ਸਿਰਫ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ। ਤੁਹਾਡੇ ਅੰਦਰ ਸੀ ਜੋ ਤੁਸੀਂ, ਤੁਹਾਡੇ ਅੰਦਰ ਜੋ ਤੁਹਾਡਾ ਯਕੀਨ ਹੈ, ਜੋ ਆਸਥਾ ਹੈ, ਉਹਦਾ ਪ੍ਰਗਟਾਵਾ ਹੈ ਤੁਹਾਡੀ ਇਹ ਇਨਵੈਸਟੀਗੇਸ਼ਨ, ਜੇ ਤੁਸੀਂ ਡਟ ਕੇ ਖੜੇ ਹੋ। ਔਰ ਕੈਪਟਨ ਸਾਹਿਬ ਤੁਹਾਨੂੰ ਡਿਫੈਂਡ ਕਰਦੇ ਆ, ਪੰਜਾਬ ਗਵਰਨਮੈਂਟ ਡਿਫੈਂਡ ਕਰਦੀ ਕਿ ਨਹੀਂ ਕਰਦੀ, ਸ਼ਾਬਾਸ਼ੀ ਦਿੰਦੀ ਕਿ ਨਹੀਂ ਦਿੰਦੀ, ਲੇਕਿਨ ਲੋਕਾਂ ਦੀ अदालत। देखो, मैं क्लियर करना चाहूंगा, अगर सरकार चाहेगी ना तो बतौर एडवोकेट में जरूर डिफेंड करेंगे किसी भी अदालत में। ठीक है जी, डन। वो सुप्रीम कोर्ट है, हाई कोर्ट है, डिस्ट्रिक्ट कोर्ट है, मैं हमेशा तैयार हूं। ठीक है सर। और लेकिन ਲੋਕਾਂ ਦੀ ਅਦਾਲਤ ਦੇ ਵਿੱਚ ਤੁਹਾਨੂੰ ਜੋ ਅੱਜ ਸਤਿਕਾਰ ਮਿਲ ਰਿਹਾ ਹੈ, ਤੁਸੀਂ ਸੋਚ ਨਹੀਂ ਸਕਦੇ। ਔਰ ਤੁਸੀਂ ਇਹਦੇ ਹੱਕਦਾਰ ਵੀ ਹੋ, ਔਰ ਤੁਸੀਂ ਡਿਊਟੀ ਕੀਤੀ ਆਪਣੀ, ਤੁਸੀਂ ਆਪਣਾ ਫਰਜ਼ ਨਿਭਾਇਆ ਹੈ ਵੈਸੇ ਤੇ, ਪਰ ਫਿਰ ਵੀ ਤੁਹਾਨੂੰ ਸੈਲੂਟ ਕਰਦੇ ਆ। ਸਾਹਮਣੇ ਤੁਸੀਂ ਹੁੰਦੇ ਤਾਂ ਮੈਂ ਤੁਹਾਨੂੰ ਸੈਲੂਟ ਮਾਰਦਾ, ਲੇਕਿਨ ਹੁਣ ਦੂਰ ਬੈਠਾ ਵੀ ਸੈਲੂਟ ਕਰ ਰਿਹਾ। ਔਰ ਮੈਂ ਨਹੀਂ ਕਰ ਰਿਹਾ, ਲੱਖਾਂ ਹਜ਼ਾਰਾਂ ਲੋਕ ਜਿਹੜੇ ਤੁਹਾਨੂੰ ਸੁਣ ਰਹੇ ਆ ਉਹ ਵੀ ਸੈਲੂਟ ਕਰ ਰਹੇ ਆ। ਐਂਡ ਪਲੀਜ਼ ਕੀਪ ਇਟ ਅਪ। ਔਰ ਮੈਨੂੰ ਯਕੀਨ ਹੈ ਕਿ ਤੁਸੀਂ ਜਿਸ ਪ੍ਰੋਫੈਸ਼ਨ 'ਚ ਵੀ ਜਾਓਗੇ ਉੱਥੇ ਇਹਨੂੰ ਜਾਰੀ ਰੱਖੋਗੇ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਥੈਂਕ ਯੂ। ਔਰ ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਸਾਡੇ ਨਾਲ ਲੰਬੀ ਗੱਲ ਕਰ ਰਹੇ ਸੀ।